नमस्कार सत श्रीकाल जी, तुसीं देख रहे हो देश तो विदेश। मैं रिकी डोगरा इस मंच पर हाजिर हाँ क्योंकि इस बार फिर असीं सੱਦਾ ਦਿੱਤਾ ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ ਜੀ ਨੂੰ, ਜੋ ਕਿ ਕਾफ़ी ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਸੀਗੇ ਲੇਕਿਨ ਹੁਣ ਇੰਡੀਆ ਦੇ ਵਿੱਚ ਆਏ ਨੇ। ਔਰ ਤੁਹਾਨੂੰ ਖੁਸ਼ਖਬਰੀ ਵੀ ਦੇਣੀ ਹੈ ਕਿ ਇਹਨਾਂ ਨੇ ਨੇਪਾਲ ਦੇ ਵਿੱਚ ਕਾਠਮਾਂਡੂ ਜਿਹੜੀ ਜਗ੍ਹਾ ਹੈ ਉੱਥੇ ਇੱਕ ਪਾਇਨੀਅਰ ਇਮੀਗ੍ਰੇਸ਼ਨ ਦੀ ਬ੍ਰਾਂਚ ਜਿਹੜੀ ਹੈ ਓਪਨ ਕੀਤੀ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਉਸ ਤੋਂ ਬਾਅਦ ਜਿਹੜਾ ਇਹਨਾਂ ਤੋਂ ਸਵਾਲ ਪੁੱਛਾਂਗੇ ਕਿ ਅੱਜ ਤੁਹਾਡੇ ਲਈ ਕੀ ਲੈ ਕੇ ਆਏ ਨੇ। ਸਰ ਸਵਾਗਤ ਹੈ ਜੀ, ਬਹੁਤ ਬਹੁਤ। ਰਿੱਕੀ ਜੀ, ਸ਼ੋਅ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇੱਕ ਤਾਂ ਸਰ ਤੁਸੀਂ ਹੋਰ ਕਹਿੰਦੇ ਨਾ ਕਿ ਕੰਪਨੀ ਜਦੋਂ ਵੱਡੀ ਹੁੰਦੀ ਹੈ ਤਾਂ ਹੋਰ ਉਹਨੂੰ ਵਧਣਾ ਚਾਹੀਦਾ, ਫੁੱਲਣਾ ਚਾਹੀਦਾ, ਤੇ ਤੁਸੀਂ ਆਪਣਾ ਜਿਹੜਾ ਨੇਪਾਲ ਦੇ ਵਿੱਚ ਕਾਠਮਾਂਡੂ ਦੇ ਵਿੱਚ ਇੱਕ ਪਾਇਨੀਅਰ ਇਮੀਗ੍ਰੇਸ਼ਨ ਦੀ ਬ੍ਰਾਂਚ ਓਪਨ ਕੀਤੀ ਹੈ। ਉਹਦਾ ਮਕਸਦ ਕੀ ਹੈ ਬੇਸਿਕਲੀ? ਕਿਉਂਕਿ ਮੋਹਾਲੀ ਪੰਜਾਬ ਦੀ ਆਪਾਂ ਗੱਲ ਕਰ ਲਈਏ, ਚੰਡੀਗੜ੍ਹ ਦੀ ਗੱਲ ਕਰ ਲਈਏ, ਇੱਥੇ ਤਾਂ ਆਲਰੇਡੀ ਇੰਡੀਆ ਦੇ ਵਿੱਚ ਤਾਂ ਤੁਸੀਂ ਆਲਰੇਡੀ ਮਤਲਬ ਆਪਣੀ ਬ੍ਰਾਂਚਿਸ ਰਨ ਕਰ ਹੀ ਰਹੇ ਹੋ, ਲੇਕਿਨ ਨੇਪਾਲ ਦੇ ਵਿੱਚ ਦੇਖੋ ਜਿਹੜੇ ਕੈਨੇਡਾ ਦੇ ਜਾਂ ਆਸਟ੍ਰੇਲੀਆ ਹੋਰ ਸਾਰੇ ਜਿੰਨੇ ਵੀ ਕੰਟਰੀਜ਼ ਤੋਂ ਇੱਥੇ ਇੰਡੀਆ ਤੋਂ ਸਟੂਡੈਂਟਸ ਜਾਂਦੇ ਨੇ, ਇੱਕ ਤਾਂ ਉੱਥੇ ਉਹਨਾਂ ਦੀ ਇੰਸਟੀਟਿਊਸ਼ਨਸ ਦਾ ਇੰਟਰਸਟ ਹੈਗਾ, ਉਹਨਾਂ ਦਾ ਧਿਆਨ ਹੈਗਾ ਕਿ ਡਾਇਵਰਸੀਫਿਕੇਸ਼ਨ ਦਾ ਮਤਲਬ ਪੰਜਾਬ ਤੋਂ ਬਹੁਤ ਜ਼ਿਆਦਾ ਸਟੂਡੈਂਟਸ ਜਾਂਦੇ ਨੇ, ਜਾਂ ਗੁਜਰਾਤ ਤੋਂ, ਫਿਰ ਦੂਜੇ ਨੰਬਰ 'ਤੇ ਗੁਜਰਾਤ ਤੋਂ ਕਾਫੀ ਜਾਂਦੇ ਨੇ, ਜਾਂ ਹੋਰ ਕੁਛ ਏਰੀਆਜ਼ ਤੋਂ ਜਾਂਦੇ ਨੇ ਇੰਡੀਆ ਦੇ, ਲੇਕਿਨ ਡਾਇਵਰਸੀਫਿਕੇਸ਼ਨ ਨਹੀਂ ਹੈਗੀ। ਅਲੱਗ-ਅਲੱਗ ਏਰੀਆਜ਼ ਤੋਂ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨਹੀਂ ਜਾਂਦੇ। ਔਰ ਅਸੀਂ ਇਹਨਾਂ ਇੰਸਟੀਟਿਊਸ਼ਨਸ ਦੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ। ਬਹੁਤ ਥੋੜ੍ਹੇ ਕੰਸਲਟੈਂਟ ਜਿਹੜੇ ਨੇ ਇਹ ਜਿਹੜੇ ਕੈਨੇਡੀਅਨ ਜਾਂ ਹੋਰ ਆਸਟ੍ਰੇਲੀਅਨ ਇੰਸਟੀਟਿਊਸ਼ਨ ਦੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਨੇ, ਉਹਨਾਂ ਤੋਂ ਇਹ ਉਮੀਦ ਕਰਦੇ ਨੇ ਕਿ ਡਾਇਵਰਸੀਫਿਕੇਸ਼ਨ ਹੋਵੇ ਦਾ ਮਤਲਬ ਉਹਨਾਂ ਦੀ ਬ੍ਰਾਂਚਿਸ ਅਗਰ ਅਲੱਗ-ਅਲੱਗ ਜਗ੍ਹਾ 'ਤੇ ਹੋਏ ਅਤੇ ਅਲੱਗ-ਅਲੱਗ ਥਾਂ ਤੋਂ ਸਟੂਡੈਂਟਸ ਭੇਜੇ ਜਾਣ। ਉਸ ਚੀਜ਼ ਨੂੰ ਦੇਖਦੇ ਹੋਏ ਵੀ ਔਰ ਕੰਪਨੀ ਵੱਧਦੀ ਪਈ ਹੈਗੀ ਹੈ। ਕਾਫੀ ਆਫਿਸਿਸ ਹੈਗੇ ਨੇ, ਪੰਜਾਬ ਦੇ ਵਿੱਚ ਵੀ ਹੈਗੇ, ਦਿੱਲੀ ਦੇ ਵਿੱਚ ਵੀ ਰੀਸੈਂਟਲੀ ਖੋਲ੍ਹਿਆ ਹੈਗਾ, ਇੱਕ ਮੁੰਬਈ ਦੇ ਵਿੱਚ ਵੀ ਖੋਲ੍ਹਿਆ ਹੈਗਾ, ਔਰ ਇੱਕ ਨੇਪਾਲ ਦੇ ਵਿੱਚ ਸਾਡੇ ਲਿੰਕਸ ਸੀਗੇ ਕਾਫੀ ਜ਼ਿਆਦਾ। ਉੱਥੋਂ ਬਾਰ-ਬਾਰ ਇਹ ਗੱਲ ਆ ਰਹੀ ਸੀਗੀ ਕਿ ਅਸੀਂ ਇੱਥੇ ਆਫਿਸ ਖੋਲ੍ਹਣਾ ਚਾਹੁੰਦੇ ਹੈਗੇ ਹਾਂ ਪਾਇਨੀਅਰ ਨਾਲ ਮਿਲ ਕੇ, ਅਤੇ ਅਸੀਂ ਫਿਰ ਉੱਥੇ ਪਾਇਨੀਅਰ ਇਮੀਗ੍ਰੇਸ਼ਨ ਦੀ ਇੱਕ ਬ੍ਰਾਂਚ ਸੈਟਅਪ ਕਰ ਦਿੱਤੀ ਹੈਗੀ ਹੈ, ਖੋਲ੍ਹ ਦਿੱਤੀ ਹੈਗੀ ਆ। ਔਰ ਨੇਪਾਲ ਤੋਂ ਵੀ ਕਾਫੀ ਸਟੂਡੈਂਟਸ ਜਾਂਦੇ ਨੇ। ਕਾਲਜਿਸ ਦਾ ਇੰਟਰਸਟ ਸੀਗਾ। ਰੀਸੈਂਟਲੀ ਜਿਸ ਤਰ੍ਹਾਂ ਤੁਸੀਂ ਰਿੱਕੀ ਜੀ ਕਿਹਾ, ਮੈਂ ਕੈਨੇਡੀਅਨ ਇੰਸਟੀਟਿਊਸ਼ਨਸ ਨੂੰ ਕੈਨੇਡਾ ਦੇ ਵਿੱਚ ਸੀਗਾ, ਉੱਥੇ ਮਿਲਿਆ, ਮੁਲਾਕਾਤ ਹੋਈ, ਅਤੇ ਉਹਨਾਂ ਨੇ ਇਹ ਇੱਛਾ ਕੀਤੀ, ਇਹ ਜਿਹੜੀ ਇੰਟਰਸਟ ਦਿਖਾਇਆ ਕਿ ਨੇਪਾਲ ਦੇ ਵਿੱਚ ਆਫਿਸ ਖੋਲ੍ਹੋਗੇ ਅਤੇ ਸਾਡਾ ਇੰਟਰਸਟ ਹੈਗਾ। ਉੱਥੋਂ ਨੇਪਾਲ ਤੋਂ ਸਟੂਡੈਂਟ ਜਾਣਾ ਚਾਹੁੰਦੇ ਨੇ। ਚੰਗੀ ਕੰਪਨੀਆਂ ਬਹੁਤ ਘੱਟ ਨੇ, ਸੋ ਉੱਥੇ ਅਸੀਂ ਇਸਟੈਬਲਿਸ਼ ਕਰ ਦਿੱਤੀ, ਔਰ ਬਹੁਤ ਸਾਰੀ ਇਨਕੁਆਇਰੀਜ਼ ਉੱਥੋਂ ਆ ਰਹੀਆਂ ਨੇ, ਸਟੂਡੈਂਟਸ ਜਾਣ 'ਚ ਇੰਟਰਸਟਿਡ ਨੇ। ਬਿਲਕੁਲ ਸਰ, ਹੁਣ ਅਗਲਾ ਜਿਹੜੀ ਇਨਫੋਰਮੇਸ਼ਨ ਅਗਲੀ ਮੈਂ ਤੁਹਾਡੇ ਤੋਂ ਬੇਸਿਕਲੀ ਇਹ ਵੀ ਪੁੱਛਣਾ ਚਾਹਾਂਗਾ, ਕਿਉਂਕਿ ਸੁਣਨ 'ਚ ਆ ਰਿਹਾ ਹੈ, ਸੁਣਨ 'ਚ ਕਿਹਾ ਹੁਣ ਮਾਰਕੀਟ ਦੇ ਵਿੱਚ ਇਹ ਫੈਲ ਗਈ ਹੈ ਗੱਲ ਕਿ ਕੈਨੇਡਾ ਨੇ ਜਿਹੜੇ ਹੈ 5.5 ਬੈਂਡ ਅਲਾਓ ਕਰ ਦਿੱਤੇ ਨੇ। ਇਹ 10 ਅਗਸਤ ਤੋਂ ਬਾਅਦ ਜਿਹੜੀ ਫਾਈਲ ਲੱਗੇਗੀ ਉਹਨੂੰ 10 ਅਗਸਤ ਤੋਂ ਬਾਅਦ ਜਿਹੜੀ ਫਾਈਲ ਲੱਗੇਗੀ ਉਹਨੂੰ 5.5 ਬੈਂਡ ਨਾਲ ਜਿਹੜਾ ਜੇ ਐਮਬੈਸੀ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਬਿਲਕੁਲ, ਓਵਰਆਲ 6 ਮਤਲਬ ਕਿ ਇੱਕ 'ਚ ਜਿਹੜਾ ਜੇ 6.5 ਤੇ ਬਾਕੀਆਂ ਦੇ ਵਿੱਚ 5.5 ਹੋਣਗੇ ਤਾਂ ਵੀ ਜਿਹੜਾ ਜੇ ਉਹ ਐਲੀਜੀਬਲ ਹੋਏਗਾ ਬੱਚਾ। ਤੁਹਾਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਜਿਹੜਾ ਜੇ ਇੱਕ ਐਡਾ ਵੱਡਾ ਸਟੈਪ ਜਿਹੜਾ ਜੇ ਆਪਾਂ ਕਹਿ ਸਕਦੇ ਹਾਂ? ਹਾਲਾਂਕਿ ਇਸ ਤੋਂ ਪਹਿਲੇ ਸੀਗਾ ਕਿ ਕੈਨੇਡਾ ਨੇ ਮਤਲਬ ਜਿਹੜਾ ਆਫਰ ਲੈਟਰ ਤਾਂ ਕਾਲਜ ਇਸ਼ੂ ਕਰ ਦਿੰਦੇ ਸੀਗੇ 5.5, ਲੇਕਿਨ ਵੀਜ਼ਾ ਜਿਹੜਾ ਐਮਬੈਸੀ ਨਹੀਂ ਦਿੰਦੀ ਸੀਗੀ। ਹੁਣ ਜੇ ਐਮਬੈਸੀ ਨੇ ਇਹੋ ਜਿਹੀ ਜਿਹੜੀ ਆਫਰ ਬੱਚਿਆਂ ਲਈ ਖੋਲ੍ਹ ਦਿੱਤੀ ਹੈ, ਦਰਵਾਜ਼ੇ ਖੋਲ੍ਹ ਦਿੱਤੇ ਨੇ 5.5 ਵਾਲੇ ਬੱਚੇ ਨੂੰ, ਤੁਸੀਂ ਕਿਵੇਂ ਦੇਖਦੇ ਹੋ ਕਿ ਫਰਕ ਪਵੇਗਾ? ਬਿਲਕੁਲ, ਦੇਖੋ ਜੁਲਾਈ 2021 ਦੇ ਵਿੱਚ ਮੈਂ ਦੇਖਿਆ ਕਿ ਲਾਸਟ ਵੀਜ਼ਾ ਆਇਆ ਸੀਗਾ 5.5 ਇਨ 1 ਮੋਡਿਊਲ ਦੇ ਨਾਲ, ਔਰ ਉਸ ਤੋਂ ਬਾਅਦ ਫਿਰ ਬਹੁਤ ਸਾਰੀਆਂ ਰਿਫਿਊਜ਼ਲ, 2 ਸਾਲ ਵੀਜ਼ਾ ਨਹੀਂ ਆਇਆ। ਔਰ ਅਸੀਂ 5.5 ਅਗਰ ਕਿਸੇ ਵੀ ਮੋਡਿਊਲ ਵਿੱਚ ਹੈਗੇ, ਭਾਵੇਂ ਓਵਰਆਲ 6 ਨੇ, 6.5 ਨੇ, 7 ਨੇ, ਜਿੰਨੇ ਮਰਜ਼ੀ ਹੋਣ, ਲੇਕਿਨ 5.5 ਇਨ ਐਨੀ ਮੋਡਿਊਲ ਹੈ ਤੇ ਅਸੀਂ ਕੇਸ ਐਕਸੈਪਟ ਨਹੀਂ ਕਰਦੇ ਸੀ ਕਿਉਂਕਿ ਵੀਜ਼ਾ ਨਹੀਂ ਲੱਗਦਾ ਸੀ। ਬਿਲਕੁਲ। ਔਰ 6 ਈਚ ਬੈਂਡ SDS ਦੇ ਵਿੱਚ ਲਾਉਣ ਵਾਸਤੇ 6 ਈਚ ਬੈਂਡ ਚਾਹੀਦੇ ਸੀ। PTE ਟੋਫਲ ਵੀ SDS ਵਿੱਚ ਨਹੀਂ ਲੱਗ ਸਕਦੀ ਸੀ ਫਾਈਲ। ਇਹ ਜਿੰਨੇ ਸਟੂਡੈਂਟ ਨੇ ਕੀਤਾ ਸੀ PTE ਟੋਫਲ, ਉਹ ਨੋਨ SDS ਜਾਂ ਜਨਰਲ ਕੈਟੇਗਰੀ ਦੇ ਵਿੱਚ ਲੱਗਦੀ ਸੀ। ਉਹਨਾਂ ਦਾ ਵੀ ਵੀਜ਼ਾ ਸਕਸੈਸ ਰੇਟ ਬਹੁਤ ਹੀ ਜ਼ਿਆਦਾ 10-20% ਦੇ ਕਰੀਬ ਸੀਗਾ, ਬਹੁਤ ਘੱਟ ਸੀਗਾ। ਸੋ ਉਹ ਹੁਣ ਜਿਹੜਾ ਹੈ ਰੀਸੈਂਟਲੀ ਤਕਰੀਬਨ ਮਹੀਨਾ ਪਹਿਲਾਂ ਕੈਨੇਡਾ ਅੰਬੈਸੀ ਨੇ ਇਹ ਅਨਾਊਂਸ ਕਰ ਦਿੱਤਾ ਕਿ 10 ਅਗਸਤ ਤੋਂ ਬਾਅਦ ਜਿਹੜੀਆਂ ਫਾਈਲਾਂ ਲੱਗਣਗੀਆਂ ਉਹਨਾਂ ਦੇ ਵਿੱਚ ਓਵਰਆਲ 6 ਬੈਂਡਸ ਆਈਲੈਟਸ ਦੇ ਚਾਹੀਦੇ ਨੇ, ਭਾਵੇਂ 5.5 ਹੋਣ ਜਾਂ ਨੀਚੇ ਜਿਹੜੇ ਨੇ ਮਿਨੀਮਮ ਮੋਡਿਊਲ ਜਿਹੜੇ ਨੇ ਉਹ ਬੈਂਡਸ ਦੀ ਰਿਕੁਆਇਰਮੈਂਟ ਖਤਮ ਕਰ ਦਿੱਤੀ, ਓਵਰਆਲ 6 ਚਾਹੀਦੇ ਨੇ। ਸੋ ਉਸ ਚੀਜ਼ ਨੂੰ ਦੇਖਦੇ ਹੋਏ 5.5 ਇਨ ਐਨੀ ਨੰਬਰ ਆਫ ਮੋਡਿਊਲ, ਭਾਵੇਂ ਤਿੰਨਾਂ 'ਚ 5.5 ਨੇ ਜਾਂ ਜਿਸ ਤਰ੍ਹਾਂ ਮਰਜ਼ੀ ਹੈਗਾ, ਔਰ ਕਿੰਨੇ ਵੀ ਮਿਨੀਮਮ ਸਕੋਰ ਨੇ ਉਸ ਦੀ ਜ਼ਿਕਰ ਖਤਮ ਕਰ ਦਿੱਤਾ ਹੈਗਾ। PTE ਦੇ ਵਿੱਚ 60 ਸਕੋਰ ਚਾਹੀਦਾ ਹੈਗਾ ਓਵਰਆਲ, ਇਸੇ ਤਰ੍ਹਾਂ ਮਿਨੀਮਮ ਕਿੰਨਾ ਹੈਗਾ ਉਹ ਵੀ ਖਤਮ ਕਰ ਦਿੱਤੀ ਰਿਕੁਆਇਰਮੈਂਟ। ਸੋ ਯੂ ਆਰ ਰਾਈਟ ਕਿ ਰਿੱਕੀ ਜੀ ਕਾਲਜਿਸ ਤਾਂ 6 ਈਚ ਦੇ ਨਾਲ ਵੀਜ਼ੇ ਆਉਂਦੇ ਸੀ, 5.5 ਨਾਲ ਨਹੀਂ ਆਉਂਦੇ ਸੀ। ਉਦੋਂ ਵੀ ਦਿੰਦੇ ਸੀ ਆਫਰ ਲੈਟਰ, ਲੇਕਿਨ ਵੀਜ਼ਾ ਨਹੀਂ ਆਉਂਦਾ ਸੀ। ਔਰ
ਇਸ ਅਨਾਉਂਸਮੈਂਟ ਤੋਂ ਬਾਅਦ ਇੰਸਟੀਟਿਊਸ਼ਨਸ ਵੱਲੋਂ ਵੀ ਈਮੇਲਸ ਇਨਫੋਰਮੇਸ਼ਨ ਆ ਗਈ ਹੈ ਕਿ ਉਹ ਜਿਹੜੇ 6 ਈਚ ਵੀ ਲੈਂਦੇ ਸੀਗੇ ਉਹਨਾਂ ਨੇ ਵੀ 5.5 ਇਨ ਐਨੀ ਮੋਡਿਊਲ ਦੇ ਨਾਲ ਆਫਰ ਲੈਟਰਸ ਇਸ਼ੂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਔਰ ਐਪਲੀਕੇਸ਼ਨ ਲੈਣੀਆਂ ਸ਼ੁਰੂ ਕਰ ਦਿੱਤੀਆਂ ਔਰ ਡੈਫੀਨੇਟਲੀ ਰਸ ਵਧੇਗਾ। ਕਾਫੀ ਜਿਹੜੇ ਸਟੂਡੈਂਟਸ ਜਿਨ੍ਹਾਂ ਦੇ 5.5 ਹੁੰਦੇ ਸੀ ਇਨ ਐਨੀ ਮੋਡਿਊਲ ਜਾਂ ਬਹੁਤ ਸਾਰੇ ਸਟੂਡੈਂਟਸ ਕਈ ਵਾਰੀ ਆਈਲਟਸ ਦੇ ਨਾਲ ਜਿਹੜਾ ਕੰਫਰਟੇਬਲ ਫੀਲ ਨਹੀਂ ਕਰਦੇ ਸੀਗੇ ਔਰ ਪੀਟੀ ਜਾਂ ਟੋਫਲ ਕਰਨਾ ਚਾਹੁੰਦੇ ਸੀਗੇ ਉਹ ਕਰਦੇ ਸੀਗੇ, ਉਹ ਉਹਨਾਂ ਨੂੰ ਬੜੀ ਡਿਸਕਰੇਜਮੈਂਟ ਹੁੰਦੀ ਸੀਗੀ ਔਰ ਉਹ ਵੀ ਹੁਣ SDS ਦੇ ਵਿੱਚ ਫਾਈਲ ਲਾ ਸਕਣਗੇ ਔਰ ਬਹੁਤ ਸਾਰੇ ਆਫਿਸਿਸ ਦੇ ਵਿੱਚ ਬਹੁਤ ਸਾਰੀ ਇਨਕੁਆਇਰੀਜ਼ ਔਰ ਕਲਾਇੰਟਸ ਆ ਰਹੇ ਨੇ ਜਿਹੜੇ 5.5 ਇਨ ਐਨੀ ਮੋਡਿਊਲ ਹੈਗੇ ਨੇ, ਇੱਕ ਮੋਡਿਊਲ ਵਿੱਚ ਹੈਗੇ ਨੇ ਜਾਂ 2 ਮੋਡਿਊਲ ਵਿੱਚ ਹੈਗੇ ਨੇ, ਓਵਰਆਲ 6 ਹੈਗੇ ਨੇ ਜਾਂ ਜ਼ਿਆਦਾ ਨਹੀਂ, ਤੇ ਉਹ ਬੜੀ ਅੱਛੀ ਖੁਸ਼ਖਬਰੀ ਹੈਗੀ ਉਹਨਾਂ ਵਾਸਤੇ ਔਰ ਵੀ ਆਰ ਫੀਲਿੰਗ ਗੁੱਡ। ਬਟ ਇਹ ਹੈ ਕਿ ਦੇਖੋ 10 ਅਗਸਤ ਤੋਂ ਬਾਅਦ ਫਾਈਲਾਂ ਮਤਲਬ ਕਿ ਅਸੀਂ ਇਹੋ ਜਿਹੇ ਕਲਾਇੰਟਸ ਨੂੰ ਐਂਟਰਟੇਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਮਤਲਬ ਉਹਨਾਂ ਦੀ ਫਾਈਲਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਨੇ ਆਪਣੇ ਆਫਿਸਿਸ ਦੇ ਵਿੱਚ। ਵੈਲਕਮ, ਤੁਸੀਂ ਵੀ ਆ ਸਕਦੇ ਹੋ, ਲੇਕਿਨ ਕਾਲਜਿਸ ਦੇ ਵਿੱਚ ਨਾਲ ਹੀ ਅਸੀਂ ਆਫਰ ਲੈਟਰ ਪਾਵਾਂਗੇ ਔਰ ਅੰਬੈਸੀ ਦੇ ਵਿੱਚ ਫਾਈਲ ਸਿਰਫ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ 10 ਅਗਸਤ ਤੋਂ ਬਾਅਦ ਲਗਾਵਾਂਗੇ ਔਰ ਆਮ ਹਾਈਲੀ ਹੋਪਫੁਲ ਜਦੋਂ ਅੰਬੈਸੀ ਨੇ ਡਿਕਲੇਅਰ ਕੀਤਾ ਜਿਹੜਾ ਕਿ ਕੈਨੇਡਾ ਅੰਬੈਸੀ ਦੀ ਵੈਬਸਾਈਟ ਤੇ ਵੀ ਆਪਾਂ ਦੇਖ ਸਕਦੇ ਹਾਂ ਔਰ ਮੇਰੇ ਲਾਈਵ ਸੈਸ਼ਨ ਫੇਸਬੁੱਕ ਇੰਸਟਾਗ੍ਰਾਮ ਵਗੈਰਾ ਤੇ ਹੁੰਦੇ ਨੇ, ਉਸ ਦੇ ਵਿੱਚ ਵੀ ਮੈਂ ਲਿੰਕ ਖਾਸ ਤੌਰ ਤੇ ਪਾਇਆ ਹੈਗਾ ਕਿ ਉਸ ਲਿੰਕ ਨੂੰ ਕਲਿੱਕ ਕਰਕੇ ਆਪਾਂ ਕੈਨੇਡਾ ਅੰਬੈਸੀ ਦੀ ਵੈਬਸਾਈਟ ਤੇ ਜਾ ਸਕਦੇ ਹੈਗੇ ਆ ਜਿੱਥੇ ਇਹ ਲਿਖਿਆ ਹੈਗਾ ਕਿ 6 ਈਚ ਦੀ ਹੁਣ ਰਿਕੁਆਇਰਮੈਂਟ ਨਹੀਂ ਦਾ ਮਤਲਬ ਓਵਰਆਲ 6 ਦੇ ਨਾਲ ਐਲੀਜੀਬਲ ਹੋ ਜਾਏਗਾ SDS ਦੇ ਵਿੱਚ। ਇਹ ਕਾਨੂੰਨ ਪਾਸ ਕਰ ਦਿੱਤਾ ਗਿਆ ਹੈਗਾ। ਸੋ ਉਹ ਜਿਹੜੀ ਇਸ ਚੀਜ਼ ਨੂੰ ਲੈ ਕੇ ਆਮ ਹਾਈਲੀ ਹੋਪਫੁਲ ਵੀਜ਼ਾ ਦਾ ਸਕਸੈਸ ਰੇਟ ਚੰਗਾ ਹੋਣ ਦੀ ਸੰਭਾਵਨਾ ਹੈਗੀ ਜੇ ਕੈਨੇਡਾ ਅੰਬੈਸੀ ਨੇ ਡਿਕਲੇਅਰ ਕੀਤਾ ਹੈਗਾ ਤੇ ਵੀਜ਼ੇ ਵੀ ਦੇਣਗੇ, ਲੇਕਿਨ ਟਾਈਮ ਦੱਸੇਗਾ ਹੁਣ ਕਿਸ ਤਰ੍ਹਾਂ ਹੈਗਾ। ਲੇਕਿਨ ਵੈਲਕਮ ਜਿਨ੍ਹਾਂ ਦੇ ਵੀ ਪਹਿਲਾਂ ਅਸੀਂ ਬਹੁਤ ਸਾਰੇ ਇਹੋ ਜਿਹੇ ਸਟੂਡੈਂਟਸ ਨੂੰ ਲੈਣ ਤੋਂ ਮਨਾ ਕਰ ਦਿੰਦੇ ਸੀ ਕਿ ਅਸੀਂ ਵੀ ਵਿਲ ਨਾਟ ਟੇਕ ਦਿਸ ਕੇਸ, ਤੇ ਉਹ ਵੈਲਕਮ ਨੇ। ਜਿਵੇਂ ਕਿ ਸਰ ਅਸੀਂ ਦੇਖਦੇ ਹੁੰਦੇ ਆ ਕਿ ਜਦੋਂ ਕਹਿੰਦੇ ਨਾ ਐਮਬੈਸੀ ਵਿੱਚ ਭੀੜ ਪਈ ਹੈ, ਮਤਲਬ ਬਹੁਤ ਸਾਰੇ ਬੱਚੇ ਨੇ ਅਪਲਾਈ ਕਰਤਾ ਸੀਗਾ ਤੇ ਬਹੁਤ ਸਾਰੀਆਂ ਫਾਈਲਾਂ ਜਿਹੜੀਆਂ ਡਿਲੇ ਹੁੰਦੀਆਂ ਜਿਹੜੀ ਬਹੁਤ ਲੇਟ ਜਿਹੜੇ ਵੀਜ਼ਾ ਆ ਰਹੇ ਸੀਗੇ। ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਤੁਸੀਂ ਤਾਂ ਰੋਜ਼ ਜਿਹੜੇ ਰੂਟੀਨ ਦੇ ਵਿੱਚ ਐਮਬੈਸੀ ਦੇ ਵਿੱਚ ਫਾਈਲ ਅਪਲੋਡ ਕਰਦੇ ਹੋ ਤਾਂ ਕਿੰਨੀ ਕੀ ਦੇਰ ਬਾਅਦ ਜਿਹੜਾ ਐਮਬੈਸੀ ਵੀਜ਼ਾ ਦੇ ਰਹੀ ਹੈ ਅੱਜ ਦੀ ਰੇਟ? ਦੇਖੋ ਇਸ ਵਕਤ ਉਹ ਪੁਰਾਣੀ ਗੱਲ ਹੋ ਗਈ, ਸਾਲ ਪਹਿਲਾਂ ਦੀ ਗੱਲ ਹੋ ਗਈ, 2-3 ਮਹੀਨੇ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਚੱਲਦਾ ਪਿਆ ਸੀਗਾ, ਲੇਕਿਨ ਤਕਰੀਬਨ ਕੋਈ 6 ਮਹੀਨੇ ਤੋਂ ਬਹੁਤ ਘਟਾ ਦਿੱਤਾ ਜਿਹੜਾ ਉਹ, ਕਿਉਂਕਿ ਕਰੋਨਾ ਦਾ ਇਫੈਕਟ ਸੀਗਾ ਮੇਨਲੀ ਜ਼ਿਆਦਾ ਜਿਹੜਾ ਬੈਕਲੌਗ ਸੀਗਾ। ਲੇਕਿਨ ਹੁਣ ਤਕਰੀਬਨ 6 ਮਹੀਨੇ ਤੋਂ 10-15-20 ਦਿਨ ਦੇ ਵਿੱਚ 2-3 ਹੱਦ 4 ਹਫ਼ਤੇ ਦਾ ਪ੍ਰੋਸੈਸਿੰਗ ਟਾਈਮ ਚੱਲਦਾ ਪਿਆ ਹੈਗਾ। ਬਹੁਤ ਘੱਟ ਪ੍ਰੋਸੈਸਿੰਗ ਟਾਈਮ ਹੈਗਾ, ਕੋਈ ਪ੍ਰੋਬਲਮ ਨਹੀਂ ਹੈਗੀ। ਔਰ ਦੇਖੋ ਕਿ ਹੁਣ ਕਿੰਨੀ ਫਾਈਲਸ ਹੋਰ ਲੱਗਦੀਆਂ ਨੇ, ਲੇਕਿਨ ਕਾਫੀ ਜਿਹੜੇ ਇਹਨਾਂ ਨੇ ਅੰਬੈਸੀ ਨੇ ਕਾਫੀ ਹੋਰ ਐਮਪਲੋਇਮੈਂਟ ਕੀਤੀ ਦਾ ਮਤਲਬ ਕਾਫੀ ਜਿਹੜੇ ਵੀਜ਼ਾ ਅਫੀਸਰ ਹੋਰ ਅਪਾਇੰਟ ਕੀਤੇ ਕੀਤੇ ਨੇ ਜਿਹਦੇ ਕਰਕੇ ਉਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਜਿਹੜਾ ਪਿਛਲਾ ਬੈਕਲੌਗ ਵੀ ਖਤਮ ਕਰ ਦਾਂਗੇ ਔਰ ਇਸ ਦਾ ਜਿਹੜਾ ਸਾਡਾ ਹੈਗਾ 2-3-4 ਹਫ਼ਤੇ ਅਸੀਂ ਪ੍ਰੋਸੈਸਿੰਗ ਟਾਈਮ ਰੱਖਾਂਗੇ। ਜਿਹੜਾ ਉਹ ਮੀਟ ਕਰਦੇ ਪਏ ਦਾ ਮਤਲਬ ਉਹ ਉਨਾ ਹੀ ਉਹਨਾਂ ਦਾ ਜਿਹੜਾ ਇਹ ਪ੍ਰੋਸੈਸਿੰਗ ਟਾਈਮ ਚੱਲਦਾ ਪਿਆ। ਬਿਲਕੁਲ, ਜਿਵੇਂ ਕਿ ਸਰ ਹੁਣ ਜਿਸ ਹਿਸਾਬ ਨਾਲ ਵੀਜ਼ੇ ਆ ਰਹੇ ਸੀਗੇ, ਕਿਉਂਕਿ ਬਹੁਤ ਸਾਰੇ ਬੱਚੇ ਇਹੋ ਜਿਹੇ ਸੀਗੇ ਜਿਹੜੇ 6 ਬੈਂਡ ਲੈ ਕੇ ਅਪਲਾਈ ਕਰਦੇ ਸੀਗੇ ਜਾਂ ਫਿਰ ਕਈ ਵਾਰੀ ਆਈਲੈਟਸ ਕਰਨ 'ਚ 2-3 ਵਾਰੀ ਅਟੈਂਪਟ ਕਰਦੇ ਸੀਗੇ ਤਾਂ ਜਾ ਕੇ 6 ਬੈਂਡ ਆਉਂਦੇ ਸੀਗੇ। ਔਰ ਇਸ ਤੋਂ ਪਹਿਲੇ ਤਾਂ ਇਹ ਸ਼ਰਤ ਸੀਗੀ ਕਿ ਬੇਸਿਕਲੀ 6 ਬੈਂਡ ਤੋਂ ਘੱਟ ਤੁਹਾਡੇ ਬੈਂਡ ਹੋਣਗੇ ਤਾਂ ਕੋਈ ਵੀ ਕੰਸਲਟੈਂਟ ਜਿਹੜੀ ਤੁਹਾਡੀ ਫਾਈਲ ਲੈਂਦਾ ਨਹੀਂ ਸੀਗਾ। ਉਦੋਂ ਇੰਨਾ ਬੁਰਾ ਹਾਲ ਸੀਗਾ ਜਾਂ 3-3 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਸੀਗਾ। ਹੁਣ 5.5 ਬੈਂਡ ਵਾਲੇ ਬੱਚੇ ਨੂੰ ਵੀ ਜਿਹੜਾ ਹੈ ਐਮਬੈਸੀ ਨੇ ਆਫਰ ਕਰ ਦਿੱਤਾ ਕਿ ਤੁਸੀਂ ਅਪਲਾਈ ਕਰੋ। ਹੁਣ ਤੁਹਾਨੂੰ ਲੱਗਦਾ ਕਿ ਉਹ ਰਸ਼ ਹੋਰ ਵਧੇਗਾ? ਬਿਲਕੁਲ, ਦੇਖੋ ਰਸ਼ ਤਾਂ ਉਹੀ ਗੱਲ ਹੈ ਕਿ ਜਿਹੜੇ ਇੰਨੇ ਕਾਫੀ ਇਹ ਇੱਕ ਕਾਫੀ ਇਹ ਰੁਕਾਵਟ ਸੀਗੀ ਔਰ ਸਟੂਡੈਂਟਸ ਦੇ ਵਾਸਤੇ ਬਹੁਤ ਜ਼ਿਆਦਾ ਦਿੱਕਤ ਸੀਗੀ। ਸਾਨੂੰ ਬਹੁਤ ਸਾਰੇ ਸਟੂਡੈਂਟਸ ਮਿਲਦੇ ਸੀਗੇ, ਸਰ ਅਸੀਂ 1 ਵਾਰੀ 2 ਵਾਰੀ 3 ਵਾਰੀ 4 ਵਾਰੀ ਟੈਸਟ ਦਿੱਤਾ, ਇੱਕ ਦੇ ਵਿੱਚ 5.5 ਰਹਿ ਹੀ ਜਾਂਦੇ ਨੇ। ਮਤਲਬ ਕਿ ਸਾਰਿਆਂ ਦੇ ਵਿੱਚ 6 ਈਚ ਦੀ ਰਿਕੁਆਇਰਮੈਂਟ ਹੁੰਦੀ ਸੀ SDS ਦੇ ਵਿੱਚ, ਉਹ ਨਹੀਂ ਆ ਪਾ ਰਹੇ ਔਰ ਦਿੱਕਤ ਮਹਿਸੂਸ ਕਰਦੇ ਸੀ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਫਿਰ PT ਵਗੈਰਾ ਦੀ ਕੋਸ਼ਿਸ਼ ਕਰਦੇ ਸੀ, ਉਹਦੇ ਨਾਲ ਵੀ ਸਕਸੈਸ ਰੇਟ ਬਹੁਤ ਘੱਟ ਸੀਗਾ। ਔਰ ਮੇਰੀ ਪਹਿਲਾਂ ਜਿੰਨੀਆਂ ਵੀ ਮੈਂ ਲਾਈਵ ਸੈਸ਼ਨਸ ਔਰ ਇੰਟਰਵਿਊ ਸੀਗੀਆਂ ਉਸ ਦੇ ਵਿੱਚ ਇਹੀ ਦੱਸਦਾ ਸੀ ਕਿ ਟਰਾਈ ਯੋਰ ਬੈਸਟ ਆਈਲਟਸ ਹੀ ਕਰਨੇ ਆ ਔਰ 6 ਈਚ ਹੀ ਲੈਣੇ ਆ। ਸੋ ਉਹ ਜਿਹੜੇ ਨੇ ਇਹੋ ਜਿਹੇ ਜਿਹੜੇ ਰੁਕਾਵਟ ਜਿਨ੍ਹਾਂ ਨੂੰ ਸੀਗੀ ਉਹਨਾਂ ਦੀ ਰੁਕਾਵਟ ਦੂਰ ਹੋ ਗਈ ਔਰ ਬਹੁਤ ਸਾਰਾ ਰਸ ਹੋਣ ਦੀ ਸੰਭਾਵਨਾ ਹੈਗੀ ਹੈ ਡੈਫੀਨੇਟਲੀ। ਔਰ ਜਿਹੜਾ ਜੁਲਾਈ 21 ਤੋਂ ਪਹਿਲਾਂ ਵੀ ਜਿਹੜੇ 5.5 ਇਨ ਐਨੀ ਮੋਡਿਊਲ ਸੀਗਾ ਦਾ ਮਤਲਬ ਇਹ ਕਿ ਇੱਕ ਦੇ ਵਿੱਚ ਐਕਸੈਪਟ ਕਰਦੇ ਸੀਗੇ, ਜ਼ਿਆਦਾ ਦੇ ਵਿੱਚ ਨਹੀਂ। ਲੇਕਿਨ ਮਤਲਬ ਪਹਿਲੇ ਵੀ ਵੀਜ਼ੇ ਆਉਂਦੇ ਸੀਗੇ, ਕਹਿਣ ਦਾ ਮਤਲਬ ਇਹ ਹੈ ਕਿ ਕੈਨੇਡਾ ਨੇ ਪਹਿਲੇ ਵੀ ਫਾਈਲ ਲਿੱਤੀਆਂ ਹੋਈਆਂ ਨੇ 5.5 ਵਾਲੀਆਂ। ਜੁਲਾਈ 2021 ਤੋਂ ਪਹਿਲਾਂ
ਇੱਕ ਮੋਡਿਊਲ ਦੇ ਵਿੱਚ 5.5 ਦੇ ਨਾਲ ਵੀਜ਼ਾ ਆਉਂਦਾ ਸੀ, ਇੱਕ ਤੋਂ ਜ਼ਿਆਦਾ ਮੋਡਿਊਲ ਦੇ ਵਿੱਚ ਨਹੀਂ ਹੋਣੇ ਚਾਹੀਦੇ ਸੀਗੇ। ਸੋ ਲੇਕਿਨ ਹੁਣ ਉਹ ਵੀ ਰੁਕਾਵਟ ਖਤਮ ਕਰ ਦਿੱਤੀ, ਦਾ ਮਤਲਬ ਹੋਰ ਵੀ ਜਿਹੜਾ ਰੂਲਸ ਨੂੰ ਰਿਲੈਕਸ ਕਰ ਦਿੱਤਾ, ਢਿੱਲਾ ਕਰ ਦਿੱਤਾ ਕਿ ਓਵਰਆਲ 6 ਬੈਂਡ ਚਾਹੀਦੇ ਨੇ, ਮਿਨੀਮਮ ਕਿੰਨੇ ਵੀ ਹੋਣ। ਬਿਲਕੁਲ। ਸੋ ਇਹ ਡੈਫੀਨੇਟਲੀ ਰਸਤਾ ਵਧੇਗਾ ਕਾਫੀ ਜ਼ਿਆਦਾ। ਐਂਡ ਅਗੇਨ ਕਿ ਡਿਪੈਂਡ ਹੁਣ ਐਮਬੈਸੀ ਤੇ ਕਰਦਾ ਹੈ ਕਿ ਕਿੰਨੀਆਂ ਐਪਲੀਕੇਸ਼ਨਾਂ ਜਾਂਦੀਆਂ ਨੇ ਉਹਨਾਂ ਕੋਲੇ ਔਰ ਕਿੰਨੇ ਉਹ ਵੀਜ਼ੇ ਦੇਣਗੇ। ਬਟ ਡੈਫੀਨੇਟਲੀ ਇਹ ਵੀ ਹੋਏਗਾ ਕਿ ਜਦੋਂ ਨੰਬਰ ਆਫ ਐਪਲੀਕੇਸ਼ਨਸ ਵੱਧ ਜਾਣਗੀਆਂ ਤੇ ਉਸ ਦੇ ਨਾਲ ਹੋ ਸਕਦਾ ਹੈ ਕਿ ਮਾਰਕਸ ਤੇ ਡਿਪੈਂਡ ਕਰੇ ਕਿ ਥੋੜੇ ਜਿਹੇ ਵਧੀਆ ਮਾਰਕਸ ਵਾਲਿਆਂ ਨੂੰ ਵੀਜ਼ੇ ਦੇ ਦੇਣ, ਭਾਵੇਂ ਬੈਂਡ ਘੱਟ ਹੀ ਨੇ, ਓਵਰਆਲ 6 ਨੇ ਲੇਕਿਨ ਮਿਨੀਮਮ ਜਿੰਨੇ ਵੀ ਨੇ, ਔਰ ਲੇਕਿਨ ਨੰਬਰ ਚੰਗੇ ਹੋਣ। ਸੋ ਟਾਈਮ ਦੱਸੇਗਾ। ਲੇਕਿਨ ਡੈਫੀਨੇਟ ਇੱਕ ਚੀਜ਼ ਮੈਂ ਦੇਖੀ ਹੈ ਕਿ ਜਦੋਂ ਵੀ ਕੋਈ ਨਵਾਂ ਰੂਲ ਆਉਂਦਾ ਹੈ ਜੀ ਤੇ ਸ਼ੁਰੂ ਦੇ ਵਿੱਚ ਜਿਹਦਾ ਉਹਦਾ ਫਾਇਦਾ ਚੱਕ ਗਿਆ ਦਾ ਮਤਲਬ ਇਹ ਕਿ ਕਹਿੰਦੇ ਜਿਵੇਂ ਕਹਿੰਦਾ ਹੁੰਦਾ ਕਿ ਕਿਸੇ ਮੰਦਿਰ ਦੇ ਵਿੱਚ ਦਰਸ਼ਨ ਕਰਨ ਜਾਣਾ ਹੈ ਤਾਂ ਜਿਹਨੇ ਕਹਿੰਦੇ ਅੱਗੇ ਭੀੜ 'ਚ ਅੱਗੇ ਲਾਈਨ 'ਚ ਪਹਿਲਾ ਨੰਬਰ ਲਾ ਕੇ ਦਰਸ਼ਨ ਕਰ ਲਏ, ਉਹਨੂੰ ਵਧੀਆ ਦਰਸ਼ਨ ਹੁੰਦੇ ਆ। ਜਿਹੜਾ ਪਿੱਛੇ ਭੀੜ 'ਚ ਖੜਾ ਹੁੰਦਾ ਹੈ ਉਹਨੂੰ ਮਤਲਬ ਕਾਫੀ ਟਾਈਮ ਜਿਹੜਾ ਜਿਹਾ ਲੱਗਦਾ ਹੈ ਔਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਬਿਲਕੁਲ ਡੈਫੀਨੇਟਲੀ। ਇਸ ਕਰਕੇ ਜਿਨ੍ਹਾਂ ਦੀ ਵੀ ਰੁਕਾਵਟਾਂ ਸੀਗੀਆਂ, ਔਰ ਮੈਂ ਦੇਖਿਆ ਕਿ 10 ਸਾਲ ਤੱਕ ਦਾ ਵੀ ਵੀਜ਼ਾ ਰੀਸੈਂਟਲੀ ਅਸੀਂ ਲਿਆ ਸੀਗਾ, ਔਰ 6 7 8 ਸਾਲ ਦੇ ਤਾਂ ਆਮ ਹੀ ਹੈਗੇ ਨੇ, ਤੇ ਗੈਪ ਦੀ ਵੀ ਕੋਈ ਪ੍ਰੋਬਲਮ ਨਹੀਂ। ਇਸ ਵਕਤ ਕੈਨੇਡਾ ਤੇ ਬਹੁਤ ਜ਼ਿਆਦਾ ਐਕਸੈਪਟ ਕਰਦਾ ਪਿਆ ਹੈਗਾ, ਕੋਈ ਪ੍ਰੋਬਲਮ ਨਹੀਂ ਹੈਗੀ। ਔਰ ਆਪਣਾ ਕੇਸ ਡੈਫੀਨੇਟਲੀ ਵੈਲਕਮ ਹੈਗਾ, ਡਿਸਕਸ ਕਰ ਲਓ। ਅਲੱਗ-ਅਲੱਗ ਆਫਿਸਿਸ ਦੇ ਵਿੱਚ ਸੈਮੀਨਾਰਸ ਵੀ ਸਾਡੀ ਕੰਪਨੀ ਲਾ ਰਹੀ ਹੈਗੀ ਹੈ। ਅਲੱਗ-ਅਲੱਗ ਡੇਟਸ ਨੂੰ ਮੈਂ ਦੱਸ ਦਿੰਦਾ ਹੈਗਾ ਕਿ 18 ਤਰੀਕ ਨੂੰ ਮੋਗਾ ਹੈਗਾ ਸੀਗਾ, ਔਰ 19 ਨੂੰ ਫਿਰੋਜ਼ਪੁਰ, 20 ਨੂੰ ਅੰਮ੍ਰਿਤਸਰ, 21 ਨੂੰ ਜਲੰਧਰ, 22 ਨੂੰ ਸੁਲਤਾਨਪੁਰ ਲੋਧੀ, ਔਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹ ਸੈਮੀਨਾਰ ਚੱਲਦੇ ਰਹਿਣਗੇ। ਲੇਕਿਨ ਇੱਕ ਹੋਰ ਖਾਸ ਗੱਲ ਕਿ ਟੈਕਨੋਲੋਜੀ ਦਾ ਫਾਇਦਾ ਚੱਕਦੇ ਹੋਏ ਇਸ ਵਕਤ ਜਿੱਦਾਂ ਹੜ੍ਹ ਦਾ ਮਾਹੌਲ ਸੀਗਾ, ਔਰ ਪਹਿਲਾਂ ਤਾਂ ਕਰੋਨਾ ਹੋ ਕੇ ਹਟਿਆ, ਹੁਣ ਹੜ੍ਹ ਦਾ ਮਾਹੌਲ ਹੈਗਾ ਜਿਹੜਾ ਚੱਲਦਾ ਪਿਆ, ਤੇ ਆਪਣੇ ਘਰੋਂ ਜਾਂ ਆਪਣੇ ਆਫਿਸ ਤੋਂ, ਕੰਮ ਵਾਲੀ ਜਗ੍ਹਾ ਤੋਂ ਵੀ ਬਾਹਰ ਆਉਣ ਦੀ ਜ਼ਰੂਰਤ ਨਹੀਂ ਹੈ। ਵਰਚੁਅਲ ਮੀਟਿੰਗਸ ਅਸੀਂ ਸ਼ੁਰੂ ਕਰ ਦਿੱਤੀਆਂ ਨੇ। ਸਾਡੇ ਕਾਉਂਸਲਰਸ ਵਰਚੁਅਲੀ ਅਵੇਲੇਬਲ ਨੇ। ਦਾ ਮਤਲਬ ਇਹ ਕਿ ਸਾਡੇ ਸੋਸ਼ਲ ਮੀਡੀਆ ਤੇ ਜਾ ਕੇ ਜਾਂ ਨੰਬਰ ਤੁਸੀਂ ਟੀਵੀ ਇੰਟਰਵਿਊ ਦੇ ਵਿੱਚ ਇਹਦੇ 'ਚ ਦੇਖ ਰਹੇ ਹੋ, ਸਕਰੀਨ ਦੇ ਉੱਪਰ ਦੇਖ ਰਹੇ ਹੋਣੇ ਹੈ, ਤੇ ਉੱਥੇ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਫਿਕਸ ਕਰ ਲਓ, ਔਰ ਉਸ ਲਿੰਕ ਤੇ ਕਲਿੱਕ ਕਰੋਗੇ ਤੇ ਬੜੇ ਤਰੀਕੇ ਨੇ, ਜੀ ਚੈਟ ਹੈ ਜਾਂ ਜ਼ੂਮ ਹੈ ਜਾਂ ਹੋਰ ਬੜੇ ਤਰੀਕੇ ਨੇ ਕੰਪਨੀ ਨੇ ਬਣਾਏ ਨੇ, ਜਿਸ ਦੇ ਵਿੱਚ ਤੁਸੀਂ ਫੋਨ ਤੇ ਜਾਂ ਕੰਪਿਊਟਰ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ। ਔਰ ਮੈਂ ਦੇਖਿਆ ਹੈਗਾ ਕਿ ਡੈਫੀਨੇਟਲੀ ਆਪਾਂ ਜਦੋਂ ਆਮਣੇ ਸਾਹਮਣੇ ਮਿਲਦੇ ਹਾਂ ਤਾਂ ਬੜਾ ਅੱਛਾ ਲੱਗਦਾ, ਲੇਕਿਨ ਇਹ ਜਿਹੜੀ ਵਰਚੁਅਲ ਮੀਟਿੰਗਸ ਨੇ ਇਹ ਵੀ ਆਮਣੇ ਸਾਹਮਣੇ ਮਿਲਣ ਤੋਂ ਘੱਟ ਨਹੀਂ ਹੈਗੀਆਂ। ਐਵੇਂ ਹੀ ਲੱਗਦਾ ਜਿਵੇਂ ਆਮਣੇ ਸਾਹਮਣੇ ਬੈਠ ਕੇ ਗੱਲਬਾਤ ਕਰਦੇ ਹੈਗੇ ਆ, ਕੋਈ ਵੀ ਕੁਐਸਚਨ, ਕੋਈ ਵੀ ਗੱਲਬਾਤ, ਔਰ ਹਰ ਤਰ੍ਹਾਂ ਦੀ ਡਿਸਕਸ਼ਨ ਆਰਾਮ ਨਾਲ ਹੁੰਦੀ ਹੈ। ਤੁਸੀਂ ਕਰਕੇ ਦੇਖੋ, ਤੇ ਹੋ ਸਕਦਾ ਹੈ ਕਿ ਇਹ ਜਿਹੜੇ ਸੈਮੀਨਾਰ ਜਿੰਨੇ ਵੀ ਹੋਣਗੇ ਉਸ ਦੇ ਵਿੱਚ ਕੋਈ ਹੜ੍ਹ ਕਰਕੇ ਕੋਈ ਪ੍ਰੋਬਲਮ ਆਏ ਤੇ ਵਰਚੁਅਲ ਅਸੀਂ ਮੀਟਿੰਗ 'ਚ ਨਾ ਆ ਪਾਏ ਤੇ ਟੀਮ ਸਾਡੀ ਨਾ ਆ ਪਾਈ, ਤਾਂ ਫਿਰ ਅਸੀਂ ਵਰਚੁਅਲ ਮੀਟਿੰਗ ਦੇ ਰਾਹੀਂ ਜ਼ਰੂਰ ਸਾਰਿਆਂ ਨਾਲ ਗੱਲਬਾਤ ਕਰਾਂਗੇ। ਔਰ ਅਗਰ ਕੋਈ ਈਵਨ ਸੈਮੀਨਾਰਸ ਦੇ ਵਿੱਚ ਆਫਿਸ ਵਿੱਚ ਨਹੀਂ ਵੀ ਜਾਣਾ ਚਾਹੁੰਦਾ, ਅਗੇਨ ਤੁਸੀਂ ਘਰੇ ਬੈਠੇ ਵਰਚੁਅਲ ਮੀਟਿੰਗ ਤੇ ਗੱਲਬਾਤ ਕਰੋ, ਆਪਣਾ ਕੇਸ ਡਿਸਕਸ ਕਰੋ। ਲੇਕਿਨ ਇੱਕ ਚੀਜ਼ ਜ਼ਰੂਰ ਹੈਗੀ ਹੈ ਕਿ ਅਗੇਨ 2003 ਤੋਂ ਪਾਇਨੀਅਰ ਇਮੀਗ੍ਰੇਸ਼ਨ 100% ਓਨੈਸਟੀ, ਐਥਿਕਸ, ਪ੍ਰੋਫੈਸ਼ਨਲਿਜ਼ਮ ਨਾਲ ਤੁਹਾਡੀਆਂ ਸੇਵਾਵਾਂ, ਔਰ ਜੋ ਵੀ ਤੁਹਾਨੂੰ ਸਲਾਹ ਦੇਵਾਂਗੇ ਔਰ ਤੁਹਾਡੇ ਪ੍ਰੋਫਾਈਲ ਨੂੰ ਦੇਖ ਕੇ ਅਸੀਂ ਜਿਨ੍ਹਾਂ ਦੇ, ਜਿਸ ਤਰ੍ਹਾਂ ਮੈਂ ਕਿਹਾ ਕਿ ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗਣਾ ਸੀ, ਮੰਨ ਲਓ PTE ਦੇ ਨਾਲ ਵੀਜ਼ਾ ਨਹੀਂ ਲੱਗਣਾ ਸੀ, ਅਸੀਂ ਰੀਸੈਂਟਲੀ ਜਦ ਤੱਕ ਐਮਬੈਸੀ ਨੇ ਹੁਣੇ ਅਨਾਊਂਸਮੈਂਟ ਕੀਤੀ ਹੈ, ਇਸ ਤੋਂ ਪਹਿਲਾਂ ਅਸੀਂ PTE ਦੀਆਂ ਫਾਈਲਾਂ ਲੈਣੀਆਂ ਬੰਦ ਕਰ ਦਿੱਤੀਆਂ ਸੀ। ਔਰ ਇਸੇ ਤਰ੍ਹਾਂ 5.5 ਇਨ ਐਨੀ ਮੋਡਿਊਲ ਹੈਗੇ ਤੇ ਅਸੀਂ 2 ਸਾਲ ਤੋਂ ਕੇਸ ਨਹੀਂ ਲਿੱਤੇ ਸੀਗੇ ਜਦ ਤੱਕ ਹੁਣ ਐਮਬੈਸੀ ਨੇ ਅਨਾਊਂਸਮੈਂਟ ਨਹੀਂ ਕੀਤੀ, ਹੁਣ ਲੈਣੇ ਸ਼ੁਰੂ ਕਰ ਦਿੱਤੇ ਹੈਗੇ। ਸੋ ਉਹ ਅਗਰ ਤੁਹਾਡਾ ਨਹੀਂ ਹੋਣਾ ਅਸੀਂ ਕੇਸ ਨਹੀਂ ਲਵਾਂਗੇ। ਸੋ ਉਹ ਬੜੀ ਪੁਰਾਣੀ ਕੰਪਨੀ ਹੈਗੀ, 2003 ਤੋਂ ਬੜਾ ਅੱਛਾ ਤਜਰਬਾ ਹੈ, ਔਰ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕੰਮ ਕਰਦੇ ਆ, ਤੇ ਕੰਮ ਵੀ ਬਹੁਤ ਚੰਗਾ ਹੈਗਾ। ਦਾ ਮਤਲਬ ਲੋਕ ਬਹੁਤ ਮਾਣ, ਇੱਜ਼ਤ, ਵੈਲਿਊ ਦਿੰਦੇ ਨੇ, ਔਰ ਬੜਾ ਰੈਪੂਟੇਸ਼ਨ ਹੈਗੀ ਹੈ। ਹਾਲਾਂਕਿ ਬੜੇ ਤਰ੍ਹਾਂ ਦੇ ਗਲਤ ਕੰਮ ਵੀ ਹੁੰਦੇ ਇਸ ਇੰਡਸਟਰੀ ਦੇ ਵਿੱਚ, ਲੇਕਿਨ ਮਿਸਗਾਈਡ ਵੀ ਹੁੰਦੇ ਲੋਕ, ਮਿਸਗਾਈਡੈਂਸ ਬਹੁਤ ਹੈ, ਲੇਕਿਨ ਪਾਇਨੀਅਰ ਇਮੀਗ੍ਰੇਸ਼ਨ ਉਸ ਤੋਂ ਬਚੀ ਰਹੀ ਹੈ ਹਮੇਸ਼ਾ। ਔਰ ਉਹੀ ਅਗੇਨ ਕਿ ਰੱਬ ਦਾ ਨਾਮ ਲੈ ਕੇ ਤੁਹਾਡੀਆਂ ਸੇਵਾਵਾਂ ਕਰਦੀ ਹੈਗੀ ਹੈ। ਵੈਲਕਮ ਸੋਚਣ ਦੀ ਜਾਂ ਬਿਲਕੁਲ ਝਿਜਕਣ ਦੀ ਜ਼ਰੂਰਤ ਨਹੀਂ ਹੈ। ਵੈਲਕਮ, ਆਪਣਾ ਕੇਸ ਡਿਸਕਸ ਕਰੋ। ਬਿਲਕੁਲ। ਦੇਖੋ 20 ਸਾਲ ਦਾ ਤਜਰਬਾ ਹੈ ਪਾਇਨੀਅਰ ਇਮੀਗ੍ਰੇਸ਼ਨ ਕੋਲ, ਯਾਨੀ ਕਿ ਡਾਕਟਰ ਰਵੀ ਗਰਗ ਜਿਹੜੇ ਨੇ ਉਹ ਤੁਹਾਨੂੰ 20 ਸਾਲ ਤੋਂ ਸੇਵਾਵਾਂ ਆਪਣੀਆਂ ਦੇ ਰਹੇ ਨੇ। ਹੁਣ ਤੁਸੀਂ ਇੱਕ ਵਾਰੀ ਦਿਮਾਗ ਲਾ ਕੇ ਦੇਖੋ, ਅਗਰ ਤੁਹਾਡੇ ਬੱਚੇ ਦੀ ਉਮਰ ਅੱਜ ਦੀ ਡੇਟ 'ਚ ਜਿਹਨੇ +2 ਕੀਤੀ ਹੈ ਉਹਦੀ 17-18 ਸਾਲ ਉਮਰ ਹੈਗੀ ਹੈ, ਤਾਂ ਉਸ ਤੋਂ ਵੀ 2 ਸਾਲ ਪਹਿਲੇ ਜਿਹੜਾ ਜੇ ਉਹ ਰਵੀ ਗਰਗ ਇਸ ਇੰਡਸਟਰੀ ਦੇ ਵਿੱਚ ਸੇਵਾਵਾਂ ਆਪਣੀਆਂ ਦੇ ਰਹੇ ਸੀਗੇ। ਬਿਲਕੁਲ। ਤੁਸੀਂ ਜੀ ਖਾਸ ਤੌਰ ਤੇ ਮੈਂ ਦੇਖਿਆ ਕਿ ਕੰਪਨੀ ਦੇ ਹੈਡਸ ਔਰ ਖਾਸ ਤੌਰ ਤੇ CICC ਮੈਂਬਰ ਜਿਨ੍ਹਾਂ ਦਾ ਨਾਮ ਕੈਨੇਡਾ ਗੌਰਮੈਂਟ
ਔਰ ਕੈਨੇਡਾ ਅੰਬੈਸੀ ਦੀ ਵੈਬਸਾਈਟ ਤੇ ਦੇਖਿਆ ਜਾ ਸਕਦਾ ਹੈ cic.gc.ca ਔਰ CICC ਜਿਹੜਾ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਜਿਨ੍ਹਾਂ ਦੇ ਮੈਂਬਰ ਹੀ ਲੀਗਲੀ ਆਥੋਰਾਈਜ਼ ਨੇ ਕੈਨੇਡਾ ਗਵਰਨਮੈਂਟ ਕੈਨੇਡਾ ਅੰਬੈਸੀ ਤੋਂ, ਉਹਨਾਂ ਦੀ ਵੈਬਸਾਈਟ ਤੇ ਵੀ ਦੇਖ ਸਕਦੇ ਹੈਗੇ ਔਰ ਮੈਂ ਖੁਦ ਮਿਲਦਾ ਵੀ ਹੈਗਾ ਸੈਮੀਨਾਰਸ ਦੇ ਵਿੱਚ ਵੀ ਜਾਂ ਵੈਸੇ ਵੀ, ਔਰ ਇਹ ਅਗਰ ਵਰਚੁਅਲ ਮੀਟਿੰਗਸ ਤੇ ਵੀ ਤੁਸੀਂ ਮਿਲਣਾ ਚਾਹੁੰਦੇ ਹੋ, ਵਰਚੁਅਲੀ ਮੀਟ ਕਰਨਾ ਚਾਹੁੰਦੇ ਹੋ ਤੇ ਤੁਸੀਂ ਕਾਉਂਸਲਰਸ ਨਾਲ ਗੱਲਬਾਤ ਕਰੋਗੇ, ਆਪਣੀ ਪੂਰੀ ਡਿਸਕਸ਼ਨ ਕਰੋਗੇ ਔਰ ਉਸ ਤੋਂ ਬਾਅਦ ਕਹੋਗੇ ਰਵੀ ਸਰ ਨਾਲ ਗੱਲਬਾਤ ਕਰਨੀ ਹੈ ਤੇ ਮੇਰੇ ਨਾਲ ਵਰਚੁਅਲ ਮੀਟਿੰਗ ਹੋ ਜਾਏਗੀ, ਕੋਈ ਗੱਲ ਨਹੀਂ। ਬਿਲਕੁਲ, ਤੁਸੀਂ ਵੀ ਇਸ 20 ਸਾਲ ਦੇ ਤਜਰਬੇ ਦਾ ਫਾਇਦਾ ਚੁੱਕਣਾ ਚਾਹੁੰਦੇ ਹੋ ਤਾਂ ਮੈਂ ਇੱਕ ਵਾਰ ਫਿਰ ਦੱਸ ਦਵਾਂ ਕਿ ਪਾਇਨੀਅਰ ਇਮੀਗ੍ਰੇਸ਼ਨ ਦੇ ਜਿਹੜੇ ਸੈਮੀਨਾਰ ਹੈ ਉਹ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹੋਣ ਜਾ ਰਹੇ ਆ। ਨੋਟ ਕਰ ਲਓ ਤੁਸੀਂ ਵੀ, 18 ਤਰੀਕ ਨੂੰ ਮੋਗਾ ਦੇ ਵਿੱਚ ਇਹਨਾਂ ਦਾ ਸੈਮੀਨਾਰ ਹੈ, ਉਸ ਤੋਂ ਬਾਅਦ 19 ਤਰੀਕ ਦੀ ਆਪਾਂ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਵਿੱਚ ਸੈਮੀਨਾਰ ਹੈ, 20 ਤਰੀਕ ਨੂੰ ਅੰਮ੍ਰਿਤਸਰ ਵਿੱਚ ਤੁਸੀਂ ਮਿਲ ਸਕਦੇ ਹੋ, 21 ਤਰੀਕ ਨੂੰ ਜਲੰਧਰ ਦੇ ਵਿੱਚ ਪਾਇਨੀਅਰ ਇਮੀਗ੍ਰੇਸ਼ਨ ਦਾ ਸੈਮੀਨਾਰ ਹੈ, ਤੁਸੀਂ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ, 22 ਤਰੀਕ ਨੂੰ ਸੁਲਤਾਨਪੁਰ ਲੋਧੀ। ਮਤਲਬ ਤੁਸੀਂ ਜਿਸ ਵੀ ਏਰੀਏ ਤੋਂ ਬਿਲੋਂਗ ਕਰਦੇ ਹੋ ਜਾਂ ਫਿਰ ਤੁਹਾਨੂੰ ਜਿਹੜਾ ਵੀ ਏਰੀਆ ਨੇੜੇ ਪੈਂਦਾ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਔਰ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਖਾਸ ਕਰਕੇ ਉਹਨਾਂ ਬੱਚਿਆਂ ਲਈ ਤਾਂ ਗੋਲਡਨ ਚਾਂਸ ਹੋਏਗਾ ਜਿਨ੍ਹਾਂ ਦੇ 5.5 ਬੈਂਡ ਸੀਗੇ ਔਰ 5.5 ਬੈਂਡ ਤੋਂ ਬਾਅਦ ਇੰਪਰੂਵਮੈਂਟ ਵੀ ਨਹੀਂ ਹੋਈ ਆਈਲੈਟਸ ਦੀ ਔਰ ਉਹ 2-4 ਰਿਫਿਊਜ਼ਲਾਂ ਜਿਹੜੇ ਖਾ ਕੇ ਬੈਠੇ ਹੋਏ ਸੀਗੇ ਔਰ ਹਾਈ ਇਨਟੇਕ ਵੀ ਜਿਹੜੇ ਹੱਥੋਂ ਨਿਕਲ ਚੁੱਕੇ ਹੋਣੇ ਸੀਗੇ। ਹੁਣ ਤੁਸੀਂ 5.5 ਬੈਂਡ ਵਾਲੇ ਬੱਚੇ ਜਿਹੜੇ ਹੈਗੇ ਨੇ ਉਹ ਤਾਂ ਆਪਣੀ ਪ੍ਰੋਫਾਈਲ ਜਿਹੜਾ ਡਾਕੂਮੈਂਟੇਸ਼ਨ ਚੱਕੋ ਔਰ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ ਪਹੁੰਚੋ। ਸੀਟ ਰਿਜ਼ਰਵ ਕਰਨੀ ਪਏਗੀ ਸਰ ਕਿ ਟਾਈਮ ਹੈਗਾ ਹਲੇ, ਕਿਉਂਕਿ ਇਨਟੇਕ ਦੀ ਗੱਲ ਕਰੀਏ ਆਪਾਂ, ਕਈ ਵਾਰ ਕੀ ਹੁੰਦਾ ਕਿ ਬੱਚੇ ਦਾ ਅਗਰ 2 ਸਾਲ ਆਈਲੈਟਸ ਪਿਆ ਹੋਇਆ ਮਤਲਬ ਕਿਸੇ ਨੇ 31 ਵੀ ਆਈਲੈਟਸ ਤਾਂ ਟਾਈਮ ਪਿਆ ਹਲੇ ਐਕਸਪਾਇਰ ਹੋਣ ਨੂੰ, ਤਾਂ ਅਗਰ ਉਹਨੇ ਸੀਟ ਰਿਜ਼ਰਵ ਕਰਨੀ ਹੋਏ ਜਿਹਦੇ ਕੋਲ ਆਈਲੈਟਸ ਐਕਸਪਾਇਰ ਹੋਣ ਨੂੰ 2-3 ਮਹੀਨੇ ਪਏ ਨੇ ਹਲੇ, ਉਹ ਕਰ ਸਕਦਾ? ਬਿਲਕੁਲ, ਉਹ ਡੈਫੀਨੇਟਲੀ ਦੇਖੋ ਉਹ 2-3 ਮਹੀਨੇ ਦੀ ਗੱਲ ਹੈ ਕਿ ਇਸ ਵਕਤ ਸਤੰਬਰ ਇਨਟੇਕ ਵਾਸਤੇ ਬੜਾ ਘੱਟ ਟਾਈਮ ਹੈਗਾ, ਤੁਸੀਂ ਵੈਲਕਮ ਆਫਿਸ ਵਿੱਚ ਮਿਲ ਲਓ। ਲੇਕਿਨ ਜ਼ਿਆਦਾਤਰ ਇੰਸਟੀਟਿਊਸ਼ਨਸ ਮੰਗਦੇ ਨੇ ਕਿ ਆਈਲੈਟਸ ਜਿਹੜੀ ਹੈ ਕਲਾਸ ਸਟਾਰਟ ਡੇਟ ਤੱਕ ਜਿਹੜੀ ਹੈ ਵੈਲਿਡ ਹੋਣੀ ਚਾਹੀਦੀ ਹੈ। ਸੋ ਸਤੰਬਰ ਇਨਟੇਕ ਦੀ ਜਿਨ੍ਹਾਂ ਦੇ 2-3 ਮਹੀਨੇ 'ਚ ਹੋਣ ਵਾਲਾ ਹੈਗਾ ਉਹ ਸਤੰਬਰ ਇਨਟੇਕ ਹੀ ਉਹਨਾਂ ਨੂੰ ਲੈਣਾ ਪੈਣਾ ਜਾਂ ਦੁਬਾਰਾ ਆਈਲੈਟਸ ਕਰਨੀ ਪੈਣੀ ਹੈ। ਔਰ ਜਨਵਰੀ ਜਿਹੜੇ ਇਨਟੇਕ ਵਿੱਚ ਜਨਵਰੀ ਦੇ ਵਿੱਚ ਜਾਂ ਉਸ ਤੋਂ ਬਾਅਦ ਜਲਦੀ ਐਕਸਪਾਇਰ ਹੋ ਰਿਹਾ ਤੇ ਜਨਵਰੀ ਵਾਸਤੇ ਸੀਟਸ ਵੀ ਕਾਫੀ ਬੁੱਕ ਕਰਨੀ ਪੈਣੀ ਹਾਂ ਫੁੱਲ ਹੋ ਚੁੱਕੀਆਂ ਨੇ ਬਹੁਤ ਸਾਰੇ ਕਾਲਜਿਸ ਵਿੱਚ ਔਰ ਤੁਸੀਂ ਡੈਫੀਨੇਟਲੀ ਉਹ ਵੀ ਮਿਲ ਲਓ। ਔਰ ਅੱਛੀ ਗੱਲ ਇਹ ਕਿ ਦੇਖੋ ਰਸ ਬਹੁਤ ਚੱਲਦਾ ਪਿਆ ਹੈ ਕੈਨੇਡਾ ਦਾ ਔਰ ਇੱਕ ਚੰਗੀ ਗੱਲ ਜ਼ਿਆਦਾ ਹੈ, ਥੋੜੀ ਜਿਹੀ ਮਾੜੀ ਵੀ ਇਹ ਕਿ ਸਕਸੈਸ ਰੇਟ ਇੰਨਾ ਜ਼ਿਆਦਾ ਚੱਲਦਾ ਪਿਆ ਹੈਗਾ ਕਿ ਮੈਂ ਹੁਣ ਵੀ ਇੰਸਟੀਟਿਊਸ਼ਨਸ ਨੂੰ, ਜਿਸ ਤਰ੍ਹਾਂ ਮੈਂ ਦੱਸਿਆ ਕੈਨੇਡਾ 'ਚ ਸੀਗਾ ਤੇ ਇੰਸਟੀਟਿਊਸ਼ਨ ਨੂੰ ਮਿਲਿਆ ਤੇ ਘਬਰਾਏ ਜਿਹੇ ਹੋਏ ਸੀ ਇੰਸਟੀਟਿਊਸ਼ਨਸ ਕਿ 100 ਸੀਟਾਂ ਸੀ ਤੇ ਉਹਨਾਂ ਨੇ 200 ਆਫਰ ਲੈਟਰਾਂ ਦੇ ਦਿੱਤੀਆਂ ਸੀਗੀਆਂ। ਇਹ ਅਕਸਰ ਹੁੰਦਾ, ਬੜੇ ਸਾਲਾਂ ਤੋਂ ਇਦਾਂ ਹੀ ਚੱਲਦਾ ਹੈ, ਰੂਟੀਨ ਹੈਗਾ। 100 ਸੀਟਾਂ ਹੋਣ ਤੇ 200 ਆਫਰ ਲੈਟਰ ਦੇ ਦਿੰਦੇ ਨੇ ਬੱਚੇ, 200 ਫੀਸਾਂ ਭਰਦੇ, 200 ਆਫਰ ਲੈਟਰਾਂ ਦਿੱਤੀਆਂ, 170 ਨੇ ਫੀਸਾਂ ਭਰ ਦਿੱਤੀਆਂ, ਉਸ ਤੋਂ ਬਾਅਦ 70 ਰਿਫਿਊਜ਼ ਹੋ ਗਏ ਤੇ 100 ਜਿਹੜੇ ਹੈ ਵੀਜ਼ੇ ਲੱਗ ਕੇ ਉਹ 100 ਸੀਟਾਂ ਸੀਗੀਆਂ ਭਰ ਗਈਆਂ। ਲੇਕਿਨ ਇਹ ਰੀਸੈਂਟਲੀ ਜਿਹੜਾ ਹੈ 4-6 ਮਹੀਨੇ ਦੇ ਵਿੱਚ ਇੰਨੇ ਜ਼ਿਆਦਾ ਵੀਜ਼ੇ ਲੱਗੇ ਕਿ 200 ਆਫਰ ਲੈਟਰ ਦਿੱਤੀ, 170 ਬੱਚਿਆਂ ਨੇ ਫੀਸਾਂ ਭਰੀਆਂ ਤੇ 150 ਦੇ ਵੀਜ਼ੇ ਲੱਗ ਗਏ ਤੇ ਉਹ ਮੇਰੇ ਨਾਲ ਡਿਸਕਸ ਕਰ ਰਹੇ ਸੀਗੇ ਕਿ ਜੀ ਹੁਣ ਉਹਨਾਂ ਨੂੰ ਬਿਠਾਵਾਂਗੇ ਕਿੱਥੇ, ਉਹਨਾਂ ਦਾ ਉਹ ਸਾਰਾ ਅਰੇਂਜਮੈਂਟ ਸਾਡਾ ਖਰਾਬ ਹੋ ਗਿਆ ਔਰ ਸਿਸਟਮ ਦਿੱਕਤ, ਔਰ ਉਹਨਾਂ ਦੀ ਈਮੇਲ ਵੀ ਆ ਗਈਆਂ ਔਰ ਸਾਡੇ ਨਾਲ ਇਹ ਡਿਸਕਸ਼ਨ ਵੀ ਹੋਈ ਕਿ ਅਸੀਂ ਉਹਨਾਂ ਨੂੰ ਕਈਆਂ ਨੂੰ, ਕੁਝ ਬੱਚਿਆਂ ਨੂੰ ਸੀਟਾਂ ਨਹੀਂ ਦੇ ਪਾਵਾਂਗੇ ਜਿਨ੍ਹਾਂ ਦੇ ਵੀਜ਼ੇ ਵੀ ਲੱਗ ਗਏ, ਉਹਨਾਂ ਦੇ ਸਤੰਬਰ ਵਾਸਤੇ ਵੀਜ਼ੇ ਲੱਗ ਗਏ, ਅਸੀਂ ਉਹਨਾਂ ਦੀ ਡੈਫਰਮੈਂਟ ਕਰਾਂਗੇ ਜਨਵਰੀ ਵਾਸਤੇ। ਸੋ ਇੱਕ ਪੁਆਇੰਟ ਸੀਗਾ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਨੇ 에ਅਰ ਟਿਕਟ ਬੁੱਕ ਕਰਾ ਲਈ, ਵੀਜ਼ਾ ਆ ਗਿਆ, 에ਅਰ ਟਿਕਟ ਬੁੱਕ ਕਰਾ ਲਈ, ਉਹਨਾਂ ਨੂੰ ਅਸੀਂ ਸਤੰਬਰ ਵਿੱਚ ਦੇ ਦਾਂਗੇ। ਜਿਨ੍ਹਾਂ ਨੇ ਹਾਲੇ ਤੱਕ ਅੱਜ ਦੀ ਡੇਟ ਤੱਕ ਟਿਕਟ ਬੁੱਕ ਨਹੀਂ ਕਰਾਈ ਉਹਨਾਂ ਨੂੰ ਨੈਕਸਟ ਇਨਟੇਕ। ਔਰ ਲੱਕੀਲੀ ਮੈਂ ਦੇਖਿਆ ਕਿ ਉਸ ਕਾਲਜ ਵਾਸਤੇ ਉਹ ਜਿੰਨੇ ਵੀ ਬੱਚੇ ਸੀ ਸਾਰਿਆਂ ਨੇ 에ਅਰ ਟਿਕਟ ਬੁੱਕ ਕਰਾ ਦਿੱਤੀ ਸੀ ਤੇ ਬਚਤ ਹੋ ਗਈ ਹੈ। ਲੇਕਿਨ ਇਹ ਵੀ ਇੱਕ ਹੈਗਾ ਔਰ ਇਹ ਛੋਟੇ ਪੁਆਇੰਟਸ ਜਿਹੜੇ ਨੇ ਕਾਲਜਿਸ ਦੇ ਵੱਲੋਂ ਕਈ ਤਰ੍ਹਾਂ ਦੀ ਟੈਕਨੀਕਲ ਕਈ ਤਰ੍ਹਾਂ ਦੀ ਪ੍ਰੋਬਲਮਸ ਹੋ ਜਾਂਦੀ ਹੈ, ਅੰਬੈਸੀਜ਼ ਵੱਲੋਂ ਬੜੇ ਤਰ੍ਹਾਂ ਦੇ ਕੇਸ ਫਸ ਜਾਂਦੇ ਨੇ, ਪ੍ਰੋਬਲਮਸ ਹੋ ਜਾਂਦੀ ਹੈ। ਔਰ ਇੱਕ ਐਕਸਪੀਰੀਅੰਸਡ ਕੰਸਲਟੈਂਟ ਦਾ ਬਹੁਤ ਵੱਡਾ ਰੋਲ ਹੈਗਾ ਕਿ ਤੁਹਾਨੂੰ ਇਹਨਾਂ ਅੜਚਨਾਂ ਵਿੱਚੋਂ ਕੱਢ ਕੇ ਠੀਕ ਠਾਕ ਤਰੀਕੇ ਨਾਲ ਤੁਹਾਡੀ ਜਿਹੜੀ ਆ ਉੱਥੇ ਕਲਾਸਿਸ ਸਟਾਰਟ ਹੋ ਜਾਣ ਔਰ ਉਸ ਤੋਂ ਬਾਅਦ ਠੀਕ ਠਾਕ ਪੜ੍ਹ ਕੇ ਔਰ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋ ਜੇ ਔਰ ਫਿਰ ਬਾਅਦ ਦੇ ਵਿੱਚ PR ਹੋ ਜੇ। ਕੈਨੇਡਾ ਦੇ ਵਿੱਚ ਸਾਡੇ 2 ਆਫਿਸਿਸ ਜਿਹੜੇ ਨੇ ਉਹ ਤੁਹਾਡੀ ਇੱਥੋਂ ਵੀਜ਼ਾ ਲਗਵਾ ਕੇ ਜਦੋਂ ਉੱਥੇ ਜਾਂਦੇ ਹੋ ਕੈਨੇਡਾ ਦੇ ਵਿੱਚ, ਉੱਥੇ ਤੁਹਾਡੀ ਹੈਲਪ ਕਰਦੇ ਨੇ। ਸਟੱਡੀ ਪਰਮਿਟ ਐਕਸਟੈਂਸ਼ਨ, ਪੋਸਟ ਗ੍ਰੈਜੂਏਟ ਵਰਕ ਪਰਮਿਟ। ਜਾਂ ਮੈਂ ਕੈਨੇਡਾ ਦੇ ਵਿੱਚ ਸੀਗਾ ਤੇ ਉੱਥੇ ਮੇਰੀ ਸਟੂਡੈਂਟ ਨਾਲ ਗੱਲਬਾਤ ਹੁੰਦੀ ਸੀਗੀ। ਇੱਕ ਸਟੂਡੈਂਟ ਨੇ ਦੇਖੋ 2 ਸਾਲ ਦੀ ਸਟੱਡੀ ਕੀਤੀ ਔਰ ਉਸ ਤੋਂ ਬਾਅਦ ਸਟੱਡੀ ਖਤਮ ਹੋਣ ਤੋਂ ਬਾਅਦ ਵਿਦਿਨ 6 ਮੰਥਸ 180 ਡੇਜ਼ ਦੇ ਵਿੱਚ ਉਹਨਾਂ ਨੇ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਹੁੰਦਾ ਔਰ ਉਸ ਬੱਚੇ ਨੇ ਨਹੀਂ ਕੀਤਾ, ਅਣਗਹਿਲੀ ਕੀਤੀ, ਡੇਜ਼ ਤੱਕ ਲਾਪਰਵਾਹੀ ਕਰਤੀ। ਔਰ ਉਸ ਤੋਂ ਬਾਅਦ ਫਿਰ ਸਾਨੂੰ ਕੰਟੈਕਟ ਕੀਤਾ ਤੇ ਉਹ ਉਸ ਦਾ ਇਹ ਹੋਏਗਾ ਹੁਣ ਕਿ ਉਸਨੂੰ ਉਹ ਪੁਰਾਣੀ ਸਟੱਡੀ ਖਤਮ ਹੋ ਗਈ
ਨਵੀਂ ਕਾਲਜ ਦੇ ਵਿੱਚ ਐਡਮਿਸ਼ਨ ਲੈ ਕੇ ਔਰ ਨਵੀਂ ਸਟੱਡੀ ਕਰਨੀ ਪਏਗੀ 2 ਸਾਲ ਦੀ, ਤਾਂ 3 ਸਾਲ ਦਾ ਉਸ ਤੋਂ ਬਾਅਦ ਫਿਰ ਅਗੇਨ ਉਹ 180 ਡੇਜ਼ ਦੇ ਅੰਦਰ ਅਪਲਾਈ ਕਰਨਾ ਪਏਗਾ। ਔਰ ਉਹ ਬੱਚੇ ਦੇ 2 ਸਾਲ ਦੇ ਜਿਹੜਾ ਟਾਈਮ ਵੀ ਖਰਾਬ, ਪੈਸੇ ਵੀ ਖਰਾਬ, ਤੇ ਛੋਟੀ ਛੋਟੀ ਗਲਤੀਆਂ ਬੱਚੇ ਸਟੂਡੈਂਟਸ ਕਰ ਦਿੰਦੇ ਨੇ। ਇਹੋ ਜਿਹੇ ਜਿਹੜੇ ਸਾਡੇ ਫਿਰ ਇਹ ਗਈ ਇੱਕ ਪ੍ਰੋਬਲਮ ਹੁੰਦੀ ਹੈ ਕਿ ਬਹੁਤ ਸਾਰੇ ਕੰਸਲਟੈਂਟਸ ਇਹੋ ਜਿਹੇ ਨੇ, ਕੰਪਨੀਆਂ ਜਿਨ੍ਹਾਂ ਦੇ ਆਫਿਸ ਕੈਨੇਡਾ 'ਚ ਨਹੀਂ ਹੈਗੇ, ਤੇ ਫਿਰ ਉਹ ਦੇ ਫੀਲ ਲੈਫਟ ਜਿਹੜੇ ਹੈ ਇਸ ਤਰ੍ਹਾਂ ਦੇ ਆਪਣੇ ਆਪ ਨੂੰ ਦਿੱਕਤ ਮਹਿਸੂਸ ਕਰਦੇ ਨੇ ਕਿ ਉੱਥੇ ਜਾ ਕੇ ਹੈਲਪ ਨਹੀਂ ਹੋ ਪਾਉਂਦੀ ਬੱਚੇ ਦੀ ਬੇਸਿਕਲੀ, ਕਿਉਂਕਿ ਮੈਂ ਦੇਖਦਾ ਹੁੰਦਾ ਕਈ ਵਾਰੀ ਕੰਟੈਕਟ ਕਰੀਏ, ਕੀ ਗੱਲ ਕਰੀਏ, ਔਰ ਪ੍ਰੋਬਲਮ ਮਹਿਸੂਸ ਕਰਦੇ ਨੇ। ਸਾਡੇ ਆਫਿਸਿਸ ਉੱਥੇ ਹੈਗੇ ਨੇ, ਤੇ ਸਾਡੇ ਤੋਂ ਜਿਨ੍ਹਾਂ ਦੇ ਬੱਚਿਆਂ ਦੇ ਵੀਜ਼ੇ ਲੱਗਦੇ ਉੱਥੇ ਜਾ ਕੇ ਸਾਡੇ ਜਿਹੜੇ ਆਫਿਸ ਦੇ ਵਿੱਚ ਗੱਲਬਾਤ ਕਰਨ, ਤੇ ਕੋਈ ਵੀ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੈਗੀ ਹੈ, ਪ੍ਰੋਬਲਮ ਹੈਗੀ ਹੈ, ਤੇ ਉਹ ਡਿਸਕਸ਼ਨ ਕਰਕੇ ਗੱਲਬਾਤ ਕਰਕੇ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ, ਤਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਦੇ ਨਾਲ ਪ੍ਰੋਬਲਮ ਨਾ ਹੋਵੇ। ਬਿਲਕੁਲ, ਦੇਖੋ ਕਿੰਨੀ ਚੰਗੀ ਗੱਲ ਹੈ ਕਿ ਪਾਇਨੀਅਰ ਇਮੀਗ੍ਰੇਸ਼ਨ ਵੀਜ਼ਾ ਤੋਂ ਪਹਿਲੇ ਹੀ ਨਹੀਂ, ਵੀਜ਼ਾ ਤੋਂ ਬਾਅਦ ਵੀ, ਯਾਨੀ ਕਿ ਤੁਹਾਡਾ ਬੱਚਾ ਕੈਨੇਡਾ ਦੇ ਵਿੱਚ ਪਹੁੰਚ ਗਿਆ, ਸਟੱਡੀ ਕੰਪਲੀਟ ਕਰ ਲਈ ਹੈ, ਤਾਂ ਵੀ ਕੋਈ ਦਿੱਕਤ ਆ ਰਹੀ ਹੈ, ਤੁਸੀਂ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਕੰਟੈਕਟ ਕਰ ਸਕਦੇ ਹੋ, ਆਪਣੀ ਜਿਹੜੀ ਗੱਲਬਾਤ ਹੈ ਉੱਥੇ ਵੀ ਸ਼ੇਅਰ ਕਰ ਸਕਦੇ ਹੋ। ਕਿਉਂਕਿ ਕਈ ਵਾਰੀ ਆਪਾਂ ਦੇਖਦੇ ਹਾਂ ਬੱਚੇ ਦਾ ਮਕਸਦ ਸਿਰਫ ਇੰਨਾ ਕੀ ਹੁੰਦਾ, ਪਰਿਵਾਰ ਦਾ ਵੀ ਮਕਸਦ ਸਿਰਫ ਇੰਨਾ ਕੀ ਹੁੰਦਾ ਕਿ ਬੱਚਾ ਸਾਡਾ ਕੈਨੇਡਾ ਦੇ ਵਿੱਚ ਪਹੁੰਚ ਜਾਏਗਾ, ਉਸ ਤੋਂ ਬਾਅਦ ਆਪਣੇ ਆਪ ਹੀ ਸਾਰਾ ਕੁਝ ਕਰ ਲਏਗਾ। ਲੇਕਿਨ ਜਿਵੇਂ ਕਿ ਹੁਣ ਇੱਕ ਛੋਟੀ ਜਿਹੀ ਗੱਲ ਸ਼ੇਅਰ ਕੀਤੀ ਰਵੀ ਸਰ ਨੇ ਕਿ ਬੇਸਿਕਲੀ 2 ਸਾਲ ਦੀ ਸਟੱਡੀ ਤੋਂ ਬਾਅਦ ਜਿਹੜਾ ਬੱਚੇ ਨੂੰ 6 ਮਹੀਨੇ ਦੇ ਇਨ ਬਿਟਵੀਨ ਜਿਹੜਾ ਆਪਣਾ ਵਰਕ ਪਰਮਿਟ ਜਿਹੜਾ ਲੈਣਾ ਹੁੰਦਾ ਹੈ, ਉਹਨੇ ਲਿੱਤਾ ਨਹੀਂ ਹੈ, ਔਰ ਤੰਗ ਹੋਇਆ ਬੱਚਾ ਇਸ ਤੋਂ ਬਾਅਦ, ਹੁਣ ਉਹਨੂੰ 2 ਸਾਲ ਦੀ ਸਟੱਡੀ ਫਿਰ ਕਰਨੀ ਪਏਗੀ। ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਤੁਸੀਂ ਨਾ ਕਰੋ, ਇਹ ਚੀਜ਼ਾਂ ਤੋਂ ਬਚਣ ਲਈ ਤੁਸੀਂ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਅੱਛਾ ਸਰ, ਇੱਕ ਮੈਂ ਹੋਰ ਹੁਣ 5.5 ਦੀ ਗੱਲ ਚੱਲੀ ਹੈ, ਤਾਂ ਬਹੁਤ ਸਾਰੀ ਆਈਲੈਟ ਸੈਂਟਰ ਜਿਹੜੇ ਹੈਗੇ ਨੇ ਉਹ ਹੁਣ ਐਕਟਿਵ ਹੋ ਜਾਣਗੇ। ਉਹਨਾਂ ਦਾ ਹੋਏਗਾ ਕਿ 5.5 ਬੈਂਡ, ਕਿਉਂਕਿ ਮੈਕਸਿਮਮ ਜਿਹੜੇ ਆਈਲੈਟ ਸੈਂਟਰ ਹੈ ਉਹਨਾਂ ਦਾ ਇਹੀ ਹੁੰਦਾ ਕਿ ਬੱਚੇ ਦੇ ਬੈਂਡ ਆਉਣ ਚਾਹੀਦੇ ਆ, ਉਹਨਾਂ ਨੂੰ ਫੀਸ ਜਿਹੜੀ ਹੈ ਮਿਲਣੀ ਚਾਹੀਦੀ ਹੈ। ਉਹ ਆਪਣੀ ਫੀਸ ਲੈ ਕੇ 2-3 ਮਹੀਨੇ 4 ਮਹੀਨੇ ਲੈ ਲੈਂਦੇ ਨੇ, ਉਸ ਤੋਂ ਬਾਅਦ ਬੱਚਾ ਪੜ੍ਹੇ ਨਾ ਪੜ੍ਹੇ, ਬੈਂਡ ਆਉਣ ਨਹੀਂ, ਉਹਨਾਂ ਦੇ ਉੱਪਰ ਕੋਈ ਮਿਹਨਤ ਨਹੀਂ ਕਰਦਾ। ਜਿਵੇਂ ਕਿ ਪਾਇਨੀਅਰ ਇਮੀਗ੍ਰੇਸ਼ਨ ਦਾ ਅਪੈਕਸ ਅਲਫਾਬੈਟ ਦੇ ਨਾਂ ਤੋਂ ਤੁਸੀਂ ਇੱਕ ਆਈਲੈਟ ਸੈਂਟਰ ਸ਼ੁਰੂ ਕੀਤਾ ਹੈ, ਕੀ ਖਾਸੀਅਤ ਹੈ? ਬਿਲਕੁਲ, ਦੇਖੋ ਇਸ ਤਰ੍ਹਾਂ ਹੀ ਪਾਇਨੀਅਰ ਇਮੀਗ੍ਰੇਸ਼ਨ ਜਿਸ ਤਰ੍ਹਾਂ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਸਰਵਿਸਿਜ਼ ਦਿੰਦਾ, ਉਸੇ ਤਰ੍ਹਾਂ ਜਿਹੜਾ ਆਈਲੈਟਸ ਔਰ ਪੀਟੀ ਸਿਖਾਉਣ ਵਾਸਤੇ, ਜਿਹੜੀ ਟ੍ਰੇਨਿੰਗ ਵਾਸਤੇ ਏਪੈਕਸ ਅਲਫਾਬੈਟਸ ਦੇ ਨਾਂ 'ਤੇ ਅਸੀਂ ਸ਼ੁਰੂ ਕੀਤਾ। ਔਰ ਉਸ ਦੇ ਵਿੱਚ ਉਹੀ ਅਗੇਨ ਕਿ ਜਿਸ ਦੀ ਪੋਸੀਬਿਲਿਟੀ ਹੈ ਹੀ ਨਹੀਂ ਆਈਲੈਟਸ ਪਾਸ ਕਰਨ ਦੀ, ਉਹਨਾਂ ਨੂੰ ਅਸੀਂ ਸਾਫ਼ ਜਵਾਬ ਦੇ ਕੇ ਦੱਸ ਦੇਵਾਂਗੇ। ਔਰ ਜਿਨ੍ਹਾਂ ਦੀ ਮਿਹਨਤ ਕਰਨੀ, ਕਈਆਂ ਦੇ ਬੜੇ ਈਜ਼ੀਲੀ ਆ ਜਾਣਗੇ ਤੇ ਅਸੀਂ ਚੰਗੀ ਤਰ੍ਹਾਂ ਕਰਾਵਾਂਗੇ, ਔਰ ਕਈਆਂ ਨੂੰ ਮਿਹਨਤ ਕਰਕੇ ਕੋਸ਼ਿਸ਼ ਕਰਕੇ ਜਿਹੜੀ ਹੈ ਆਈਲੈਟਸ ਸੈਂਟਰ, ਆਈਲੈਟਸ ਟੀਚਰਸ ਨੂੰ ਵੀ ਮਿਹਨਤ ਕਰਨੀ ਪੈਣੀ ਹੈ, ਸਟੂਡੈਂਟ ਨੂੰ ਵੀ ਜਿਹੜਾ ਐਫਰਟ ਜ਼ਿਆਦਾ ਕਰਕੇ ਉਹ ਜ਼ੋਰ ਲਾ ਕੇ ਜਿਹੜਾ ਹੈ ਆਪਾਂ ਨੂੰ ਬੈਂਡ ਲੈਣੇ ਪੈਣੇ ਆ। ਲੇਕਿਨ ਖਾਸ ਤੌਰ 'ਤੇ ਇਮੀਗ੍ਰੇਸ਼ਨ ਨਾਲ ਕਨੈਕਟਡ ਹੋਣ ਕਰਕੇ ਨਾਲ ਹੀ ਸਾਡੇ ਕਾਉਂਸਲਰਸ ਹੈਗੇ ਨੇ ਆਫਿਸ ਦੇ ਵਿੱਚ, ਔਰ ਨਾਲ ਹੀ ਆਈਲੈਟ ਸੈਂਟਰ ਹੈਗਾ, ਤੇ ਉਸ ਦੇ ਨਾਲ ਸਾਨੂੰ ਪਤਾ ਹੈ ਕਿ ਤੁਹਾਨੂੰ ਕਿੰਨੇ ਬੈਂਡ ਚਾਹੀਦੇ ਨੇ, ਕਿੱਥੇ ਕਮਜ਼ੋਰੀ ਹੈਗੀ ਹੈ। ਆਈਲੈਟਸ ਟੀਚਰਸ ਦੇ ਨਾਲ ਗੱਲਬਾਤ ਕਰਕੇ ਤੁਹਾਡੀ ਉਹ ਕਮਜ਼ੋਰੀ ਦੂਰ ਕਰਕੇ ਆਪਾਂ ਜਿਸ ਵੀ ਕੰਟਰੀ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਉਸ ਦੇ ਵਿੱਚ ਐਲੀਜੀਬਿਲਿਟੀ ਬਣਾ ਕੇ ਔਰ ਆਪਾਂ ਫਾਈਲ ਲਗਾਵਾਂਗੇ। ਔਰ ਖਾਸੀਅਤ ਇਹ ਕਿ ਮਿਹਨਤ ਤੇ ਚਲੋ ਕਰਨੀ ਹੈਗੀ ਹੈ, ਨਾਲ ਇਹ ਕਿ ਤੁਹਾਡੇ ਕੋਲੋਂ ਜਿੰਨੀ ਵੀ ਫੀਸ ਲਿੱਤੀ ਜਾਏਗੀ ਆਈਲੈਟਸ PTE ਵਗੈਰਾ ਦੀ, ਔਰ ਅਗਰ ਕਿਸੇ ਕੰਟਰੀ ਦੇ ਵਿੱਚ ਤੁਹਾਡੀ ਫਾਈਲ ਪਾਇਨੀਅਰ ਇਮੀਗ੍ਰੇਸ਼ਨ ਤੋਂ ਲੱਗਦੀ ਹੈ ਤੇ ਉਹ ਤੁਹਾਡੀ ਫੀਸ ਜਿਹੜੀ ਲਿੱਤੀ ਹੋਈ ਹੈ ਉਹ ਰਿਫੰਡ ਕਰ ਦਿੱਤੀ ਜਾਏਗੀ। ਸੋ ਇਨ ਅ ਵੇ ਜਿਹੜਾ ਹੈ ਤਕਰੀਬਨ ਇਹ ਕਹੋ ਕਿ ਫ੍ਰੀ ਜਿਹੜੀ ਹੈ ਆਈਲੈਟਸ, ਤੁਹਾਨੂੰ ਆਈਲੈਟਸ ਜਾਂ PTE ਫ੍ਰੀ ਦੇ ਭਾਅ ਪੈ ਜਾਏਗੀ, ਕਹਿ ਸਕਦੇ ਆਪਾਂ। ਜੇ ਪੰਜਾਬੀ 'ਚ ਮੈਂ ਗੱਲ ਕਰਾਂ ਤਾਂ ਤੁਹਾਨੂੰ ਫ੍ਰੀ ਦੇ ਭਾਅ ਜਿਹੜੀ ਤੁਹਾਡੀ ਆਈਲੈਟਸ ਦੀ ਜਿਹੜੀ ਹੈ ਫੀਸ ਹੋਏਗੀ, ਉਹ ਜਿਹੜੀ ਤੁਹਾਡੀ ਫੀਸ ਤੋਂ ਮਤਲਬ ਵੇਵਰ ਹੋ ਜਾਏਗੀ। ਬਿਲਕੁਲ, ਇੱਕ ਤਰ੍ਹਾਂ ਦਾ ਕੋਈ ਪੈਸਾ ਨਹੀਂ ਲੱਗਣਾ ਜੀ ਆਈਲੈਟਸ ਕਰਨ ਦਾ, ਪਰ ਇਹ ਹੈ ਕਿ ਤੁਸੀਂ ਜੇ ਕਰੋਗੇ ਪਾਇਨੀਅਰ ਇਮੀਗ੍ਰੇਸ਼ਨ ਦੇ ਆਈਲੈਟ ਸੈਂਟਰ ਤੋਂ, ਜਿਹਦਾ ਨਾਮ ਹੈਗਾ ਅਪੈਕਸ ਅਲਫਾਬੈਟ। ਹੁਣ ਤੁਸੀਂ ਉਹਨਾਂ ਸਟੂਡੈਂਟ ਦੇ ਵੀਡੀਓਜ਼ ਦੇਖੋ ਜਿਨ੍ਹਾਂ ਦੇ ਰੀਸੈਂਟਲੀ ਵੀਜ਼ਾ ਆਏ ਸੀਗੇ। ਹੁਣ ਸਾਨੂੰ ਦਿਓ ਇਜਾਜ਼ਤ, ਧੰਨਵਾਦ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਯਸ਼ਵਿੰਦਰ ਸਿੰਘ ਹੈ ਤੇ ਮੈਂ ਸੁਨਾਮ ਤੋਂ ਬਿਲੋਂਗ ਕਰਦਾ। ਅੱਜ ਮੈਨੇ ਆਪਣਾ ਕੈਨੇਡਾ ਵੀਜ਼ਾ ਮਿਲਿਆ ਮੈਨੂੰ ਅੱਜ ਪਾਇਨੀਅਰ ਇਮੀਗ੍ਰੇਸ਼ਨ ਵਾਲਿਆਂ ਵੱਲੋਂ। ਐਕਚੁਅਲੀ ਮੈਂ 12th ਪਾਸ ਆਊਟ ਹਾਂ 2021 'ਚ ਮੈਨੇ ਆਪਣੀ 12th ਪਾਸ ਆਊਟ ਕੀਤੀ। ਉਸ ਤੋਂ ਬਾਅਦ ਮੈਨੇ ਆਪਣੀ ਫਾਈਲ ਆਇਲਸ ਕੀਤੀ, ਫਿਰ ਮੈਂ ਸੋਚਿਆ ਵੀ ਆਪਣੀ ਫਾਈਲ ਲਵਾਵਾਂ ਹੁਣ ਕੈਨੇਡਾ ਵਾਸਤੇ, ਪਰ ਮੈਂ ਪਟਿਆਲੇ ਇੱਕ ਏਜੰਟਾਂ ਕੋਲ ਫਸ ਗਿਆ ਤੇ ਉਹਨਾਂ ਤੋਂ ਮੈਨੇ 2 ਰਿਫਿਊਜ਼ਲਾਂ ਲੈ ਲਈਆਂ। ਫਿਰ ਉਸ ਤੋਂ ਬਾਅਦ ਮੈਨੇ ਬਹੁਤ ਸੁਜੈਸ਼ਨਾਂ ਲਿੱਤੀਆਂ ਲੋਕਾਂ ਨੂੰ, ਤੇ ਐਂਡ 'ਚ ਆ ਕੇ ਮੈਨੇ ਸੋਸ਼ਲ ਮੀਡੀਆ 'ਤੇ ਪਾਇਨੀਅਰ ਇਮੀਗ੍ਰੇਸ਼ਨ ਸਰਚ ਕੀਤਾ ਤੇ ਉਹਨਾਂ ਦਾ ਮੈਨੂੰ ਰਿਵਿਊ ਬਹੁਤ ਵਧੀਆ ਲੱਗੇ, ਤਾਂ ਮੈਨੇ ਫਿਰ ਇਹਨਾਂ ਤੋਂ ਅਪਲਾਈ ਕਰਵਾਇਆ ਆਪਣੀ ਫਾਈਲ, ਫਿਰ ਐਂਡ 'ਤੇ ਮੈਨੂੰ ਵੀਜ਼ਾ ਮਿਲ ਗਿਆ।